ਜਿਹੜਾ ਫਸਟ ਚੈਪਟਰ ਦਾ ਹੈ ਡੈਟ ਇਜ਼ ਡਿਸਪਲੇ ਡਿਵਾਈਸਿਸ। ਕਿਹੜਾ ਚੈਪਟਰ ਦਾ ਨਾਮ ਕੀ ਹੈ? ਡਿਸਪਲੇ ਡਿਵਾਈਸਿਸ। ਡਿਸਪਲੇ ਡਿਵਾਈਸਿਸ ਕੀ ਹੈ? ਬੇਸਿਕਲੀ ਡਿਸਪਲੇ ਡਿਵਾਈਸਿਸ ਦੇ ਦੋ ਪਾਰਟਸ ਹੁੰਦੇ ਹੈਗੇ ਆ। ਕਿਸੇ ਵੀ ਡਿਸਪਲੇ ਦੇ ਦੋ ਪਾਰਟਸ ਹੁੰਦੇ ਆ, ਵਨ ਇਜ਼ ਮੋਨੀਟਰ ਐਂਡ ਅਦਰ ਇਜ਼ ਵੀਡੀਓ ਅਡੈਪਟਰ। ਦੋ ਚੀਜ਼ਾਂ ਹੁੰਦੀਆਂ ਹੈਗੀਆਂ, ਇੱਕ ਮੋਨੀਟਰ ਹੁੰਦਾ ਹੈਗਾ, ਮੋਨੀਟਰ ਜਿਹਨੂੰ ਆਪਾਂ ਆਊਟਪੁੱਟ ਡਿਵਾਈਸ ਕਹਿ ਦਿੰਦੇ ਹੈਗੇ ਆ, ਐਂਡ ਦੈਨ ਵੀਡੀਓ ਅਡੈਪਟਰ। ਵਾਟ ਇਜ਼ ਮੋਨੀਟਰ? ਮੋਨੀਟਰ ਦਾ ਕੀ ਕੰਮ ਹੁੰਦਾ ਹੈਗਾ? ਕੈਨ ਐਨੀਵਨ? ਰਾਈਟ, ਮੈਂ ਦੱਸਣਾ ਐਕਚੁਅਲੀ ਕੀ ਹੈ। ਇਟ ਇਜ਼ ਦਾ ਵੇ ਟੂ ਕਮਿਊਨੀਕੇਟ ਪ੍ਰੋਸੈਸਡ ਇਨਫੋਰਮੇਸ਼ਨ ਟੂ ਦਾ ਯੂਜ਼ਰ। ਜਿਹੜੀ ਇਨਫੋਰਮੇਸ਼ਨ ਕੰਪਿਊਟਰ ਪ੍ਰੋਸੈਸ ਕਰਦਾ ਹੈਗਾ ਉਹਨੂੰ ਕੀ ਆ, ਉਹ ਆਪਣੇ ਤੱਕ ਕਮਿਊਨੀਕੇਟ ਕਰਦਾ ਇਨ ਦੀ ਫਾਰਮ ਆਫ ਡਿਸਪਲੇ। ਡਿਸਪਲੇ ਇਨਫੋਰਮੇਸ਼ਨ ਇਨ ਦਾ ਫਾਰਮ ਆਫ ਕਿਹਦੀ ਫਾਰਮ ਚ ਕਰਦਾ ਹੈਗਾ? ਗ੍ਰਾਫਿਕ ਆਬਜੈਕਟਸ ਹੁੰਦੇ ਹੈਗੇ, ਫਾਰ ਐਗਜ਼ਾਮਪਲ ਪਿਕਚਰਸ, ਚਾਰਟਸ ਐਕਸੈਟਰਾ। ਠੀਕ ਹੈ। ਸੋ ਮੋਨੀਟਰ ਦਾ ਕੀ ਕੰਮ ਹੁੰਦਾ ਹੈਗਾ? ਜੋ ਵੀ ਆਪਣੀ ਇਨਫੋਰਮੇਸ਼ਨ ਹੈਗੀ ਆ, ਜੋ ਆਪਾਂ ਨੂੰ ਚਾਹੀਦੀ ਹੈਗੀ ਆ, ਕੰਪਿਊਟਰ ਪ੍ਰੋਸੈਸ ਕਰਦਾ ਹੈਗਾ, ਉਹਨੂੰ ਕੀ ਆ ਆਪਣੇ ਤੱਕ ਵਿਜ਼ੀਬਲ ਦਿੰਦਾ ਹੈਗਾ ਇਨ ਦੀ ਫਾਰਮ ਆਫ ਡਿਸਪਲੇ। ਸੋ ਮੋਨੀਟਰ ਦਾ ਇਹ ਪਰਪਸ ਹੈ। ਦੈਨ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਹੈ, ਵਟ ਐਵਰ ਦਾ ਇਨਫੋਰਮੇਸ਼ਨ ਇਜ਼ ਔਨ ਦਾ ਡਿਸਪਲੇ, ਉਹ ਕਿਸ ਫਾਰਮ ਚ ਹੁੰਦੀ ਹੈਗੀ ਆ? ਪਿਕਸਲ ਚ। ਜ਼ਿਆਦਾ ਜਿਹੜੀ ਇਨਫੋਰਮੇਸ਼ਨ ਕਿਸ ਫਾਰਮ ਚ ਪ੍ਰੈਜ਼ੈਂਟ ਕੀਤੀ ਹੁੰਦੀ ਹੈਗੀ ਆ? ਪਿਕਸਲ। ਪਿਕਸਲ ਕੀ ਆ? ਵਾਟ ਇਜ਼ ਪਿਕਸਲ? ਪਿਕਸਲ ਨੂੰ ਕਹਿੰਦੇ ਆ ਪਿਕਚਰ ਐਲੀਮੈਂਟ। ਮਤਲਬ ਜਿਹੜਾ ਸਮਾਲੈਸਟ ਜਿਹੜਾ ਡਾਟ ਹੁੰਦਾ ਨਾ, ਜਿਸ ਤਰ੍ਹਾਂ ਮੈਂ ਡਾਟ ਲਗਾ ਰਿਹਾ, ਇਹ ਡਾਟ, ਇਹ ਡਾਟ, ਇਹ ਸਾਰੇ ਡਾਟ ਲਗਾ ਰਿਹਾ ਹੈਗਾ, ਇਹ ਕੀ ਹੈ? ਸਾਰੇ ਕੀ ਹੈ? ਇਹ ਤੁਹਾਡੀ ਸਕਰੀਨ ਹੈ, ਇਹ ਤੁਹਾਡੀ ਸਕਰੀਨ ਹੈ। ਆ ਸਕਰੀਨ ਸਾਡੀ ਕਿਸ ਫਾਰਮ ਚ ਹੁੰਦੀ ਹੈਗੀ ਆ? ਪਿਕਸਲ ਦੀ ਫਾਰਮ ਚ ਹੁੰਦੀ। ਸਮਾਲੈਸਟ ਕੀ ਹੁੰਦੇ ਆ? ਡਾਟਸ ਹੁੰਦੇ ਹੈਗੇ ਆ, ਇਸ ਤਰ੍ਹਾਂ ਡਾਟਸ ਦੀ ਫਾਰਮ ਚ ਹੁੰਦੀ ਹੈਗੀ ਆ। ਸੋ ਇਟਸ ਨੋਨ ਐਜ਼ ਸਮਾਲੈਸਟ ਐਡਰੈਸੇਬਲ ਸਕਰੀਨ ਐਲੀਮੈਂਟ। ਮਤਲਬ ਸਭ ਤੋਂ ਛੋਟਾ ਜਿਹੜਾ ਡਿਸਪਲੇ ਐਲੀਮੈਂਟ ਆ ਸਕਰੀਨ ਦੇ ਉੱਪਰ, ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ? ਇੱਕ ਪਿਕਸਲ ਕਹਿ ਦਿੰਦੇ ਆ, ਪਿਕਸਲ। ਸੋ ਆਪਣੀ ਜਿਹੜੀ ਸਕਰੀਨ ਹੈਗੀ ਆ, ਉਹ ਸਾਰੀ ਕਾਹਦੇ ਤੋਂ ਬਣੀ ਹੁੰਦੀ ਹੈਗੀ ਆ? ਪਿਕਸਲਸ ਤੋਂ, ਡਾਟਸ ਤੋਂ ਬਣੀ ਹੁੰਦੀ ਹੈ। ਹੁਣ ਕੋਈ ਵੀ ਡਿਸਪਲੇ ਆਬਜੈਕਟ ਜਾਂ ਕੁਝ ਵੀ ਆਪਾਂ ਕੋਈ ਡਾਇਗਰਾਮ ਬਣਨੀ ਹੈ, ਕੋਈ ਇਮੇਜ ਬਣਨਾ ਹੈਗਾ, ਉਹ ਕਿਹਦੇ ਕੰਬੀਨੇਸ਼ਨ ਤੋਂ ਬਣਦਾ ਹੈਗਾ? ਇਹ ਸਾਰੇ ਡਾਟਸ ਤੋਂ। ਜਿਵੇਂ ਸਪੋਜ਼ ਕੀ ਹੈ, ਕਈ ਵਾਰ ਤੁਸੀਂ ਦੇਖਿਆ ਹੋਏਗਾ, ਜੇ ਸਪੋਜ਼ ਮੈਂ ਇੱਕ ਏ ਬੀ ਬਣਾ ਰਿਹਾ, ਇੱਥੇ ਇੱਕ ਸਾਈਡ ਤੇ ਬੀ ਬਣਾ ਕੇ ਦੇਖ ਰਿਹਾ, ਅਜੇ ਬੀ ਬਣਾਉਣੀ ਹੈ ਸਪੋਜ਼ ਮੈਂ ਇਸ ਫਾਰਮ ਚ, ਇਹ ਬੀ ਬਣ ਗਈ ਨਾ, ਬੀ ਵਿਜ਼ੀਬਲ ਹੈ ਨਾ, ਬੀ ਜਾਏ ਜਾਂ ਏ ਬਣਾਈ, ਬੀ ਏ ਬਣਾਤੀ ਹੈਗੀ ਆ। ਸੋ ਇਹਦੇ ਚ ਕੀ ਹੈ? ਆਪਾਂ ਕੀ ਯੂਜ਼ ਕਰ ਰਹੇ ਹਾਂ? ਡਾਟਸ। ਹੁਣ ਇਹ ਡਾਟਸ ਨੂੰ ਮੈਂ ਹਾਈਲਾਈਟ ਕਰਦਾ ਜਾਂ ਪੂਰੇ ਪੂਰੇ ਜ਼ਿਆਦਾ ਮਤਲਬ ਡਾਰਕ ਹੋ ਜਾਣਗੇ ਜਦੋਂ, ਤਾਂ ਆਪਾਂ ਨੂੰ ਕੀ ਲੱਗੂਗਾ? ਆਪਾਂ ਨੂੰ ਇੱਕ ਤਰ੍ਹਾਂ ਦੀ ਆਬਜੈਕਟ ਦਿਸੂਗਾ, ਜਿਵੇਂ ਬੀ। ਇਹ ਜਦੋਂ ਬਿਲਕੁਲ ਨੇੜੇ ਨੇੜੇ ਹੋਣਗੇ ਤਾਂ ਆਪਾਂ ਨੂੰ ਕੀ ਲੱਗਣਗੇ? ਇੱਕ ਕਰੈਕਟਰ ਦੀ ਫਾਰਮ ਚ ਹੋਣਗੇ। ਸੋ ਸਾਰਾ ਜਿੰਨਾ ਵੀ ਡਿਸਪਲੇ ਹੁੰਦਾ ਸਕਰੀਨ ਦੇ ਉੱਪਰ, ਉਹ ਕਿਸ ਫਾਰਮ ਚ ਹੁੰਦਾ ਹੈਗਾ? ਪਿਕਸਲਸ ਦੀ ਫਾਰਮ ਚ ਹੁੰਦਾ ਹੈਗਾ। ਪਿਕਸਲਸ, ਠੀਕ ਹੈ। ਪਿਕਸਲ ਦੇ ਕੰਬੀਨੇਸ਼ਨ ਤੋਂ ਬਣਦਾ ਹੈਗਾ ਕੋਈ ਵੀ ਇਮੇਜ ਬਣਦਾ ਹੈਗਾ। ਸੋ ਸਭ ਤੋਂ ਪਹਿਲਾਂ ਜਿਹੜਾ ਕੋਈ ਡਿਸਪਲੇ ਹੈ, ਡਿਸਪਲੇ ਕੰਪਿਊਟਰ ਤੇ ਡਿਸਪਲੇ ਲਈ ਕੀ ਹੈ? ਦੇਰ ਆਰ ਓਨਲੀ ਦੋ ਚੀਜ਼ਾਂ ਹੁੰਦੀਆਂ ਹੈਗੀਆਂ, ਵਨ ਇਜ਼ ਮੋਨੀਟਰ ਐਂਡ ਸੈਕੰਡ ਇਜ਼ ਵੀਡੀਓ ਅਡੈਪਟਰ। ਇੱਕ ਵਰਡ ਲਿਖਿਆ ਮੈਂ, ਵੀਡੀਓ ਅਡੈਪਟਰ। ਠੀਕ ਹੈ। ਵੀਡੀਓ ਅਡੈਪਟਰ ਬੇਸਿਕਲੀ ਕੀ ਹੈ? ਹੁਣ ਜਿਹੜਾ ਇਹ ਤੁਹਾਡਾ ਕੀ ਹੈ? ਇਹ ਤੁਹਾਡਾ ਮੋਨੀਟਰ ਹੈ, ਠੀਕ ਹੈ। ਇਹ ਕਾਹਦੇ ਨਾਲ ਕਨੈਕਟ ਕੀਤਾ ਹੁੰਦਾ? ਕੇਬਲ ਦੇ ਥਰੂ। ਤੁਸੀਂ ਤੁਹਾਡਾ ਕੀ ਹੈ? ਇਹ ਤੁਹਾਡਾ CPU ਬਾਕਸ ਹੈ। ਆ CPU ਬਾਕਸ ਨਾਲ ਕਨੈਕਟ ਕੀਤਾ ਹੁੰਦਾ ਨਾ ਤੁਹਾਡਾ, CPU ਬਾਕਸ ਨਾਲ। ਸੋ ਮੋਨੀਟਰ ਅਲਟੀਮੇਟਲੀ ਕਨੈਕਟਡ ਅੰਦਰ ਕਾਹਦੇ ਚ ਹੁੰਦਾ? ਜਿਹੜੀ ਕੇਬਲ ਲੱਗੀ ਹੁੰਦੀ ਹੈ, ਤੁਸੀਂ ਨਿਊ ਕਨੈਕਟਰ ਲਗਾਉਣੇ ਹੈਗੇ ਆ, ਇਸ ਤਰ੍ਹਾਂ ਦਾ ਤੁਸੀਂ ਦੇਖਿਆ ਹੋਏਗਾ, ਇਦਾਂ ਦਾ ਕਨੈਕਟਰ ਹੁੰਦਾ, ਬਣਿਆ ਹੁੰਦਾ ਹੈਗਾ, ਇਦਾਂ ਡਾਟਡ ਜਿਹੜਾ VGA ਹੁੰਦਾ ਹੈਗਾ, ਇਦਾਂ ਦਾ ਕਨੈਕਟਰ ਹੁੰਦਾ ਹੈਗਾ। ਇਹ ਕਨੈਕਟਰ ਦੇ ਉੱਪਰ ਤੁਸੀਂ ਲਗਾ ਦਿੰਦੇ ਆ। ਬੇਸਿਕਲੀ ਇਹ ਜਿਹੜਾ ਕਨੈਕਟਰ ਹੁੰਦਾ ਹੈਗਾ, ਇਹ ਬੇਸਿਕਲੀ ਕੀ ਹੁੰਦਾ ਹੈਗਾ? ਤੁਹਾਡਾ ਜਿਹੜਾ ਕੰਪਿਊਟਰ ਹੁੰਦਾ ਹੈਗਾ, ਉਹਦੇ ਅੰਦਰ ਇੱਕ ਵੀਡੀਓ ਕਾਰਡ ਲੱਗਿਆ ਹੁੰਦਾ ਹੈਗਾ। ਕੀ ਹੁੰਦਾ ਹੈਗਾ? ਵੀਡੀਓ ਕਾਰਡ ਔਰ ਅਡੈਪਟਰ। ਸੋ ਵੀਡੀਓ ਕਾਰਡ ਦੀ ਹੈਲਪ ਨਾਲ ਜਿਹੜੀ ਇਨਫੋਰਮੇਸ਼ਨ ਪ੍ਰੋਸੈਸ ਹੁੰਦੀ ਹੈਗੀ ਕੰਪਿਊਟਰ ਦੇ ਅੰਦਰ, ਉਹ ਕਾਹਦੇ ਚ ਆ ਜਾਂਦੀ ਹੈਗੀ ਆ? ਉਹ ਮੋਨੀਟਰ ਤੇ ਸ਼ੋ ਹੁੰਦੀ ਹੈ। ਵੀਡੀਓ ਕਾਰਡ ਜੋ ਵੀ ਇਨਫੋਰਮੇਸ਼ਨ ਤੁਸੀਂ ਕੇਬਲ ਦੇ ਥਰੂ ਸਿਸਟਮ ਪ੍ਰੋਸੈਸ ਕਰਦਾ, ਜਿਹੜੀ ਇਨਫੋਰਮੇਸ਼ਨ ਵੀਡੀਓ ਨੂੰ,
ਉਹ ਮੋਨੀਟਰ ਤੇ ਡਿਸਪਲੇ ਕਰਦਾ ਹੈਗਾ। ਸੋ ਤੁਹਾਡੇ ਕੰਪਿਊਟਰ ਦੇ ਮੋਨੀਟਰ ਦੀ ਇੰਨੀ ਸਕਰੀਨ ਤੁਹਾਡੀ, ਆਪਾਂ ਕਹਿੰਦੇ ਹਾਂ ਆਪਣੀ ਜਿਹੜੀ ਸਕਰੀਨ ਹੈ ਕਈ ਵਾਰ ਦੇਖਦੇ ਹਾਂ ਕੁਆਲਿਟੀ ਬਹੁਤ ਵਧੀਆ ਹੁੰਦੀ ਹੈਗੀ ਆ। ਸੋ ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈਗਾ, ਉਹ ਤੁਹਾਡੇ ਵੀਡੀਓ ਕਾਰਡ ਤੇ ਡਿਪੈਂਡ ਕਰਦਾ ਹੈਗਾ, ਤੁਹਾਡੇ ਵੀਡੀਓ ਅਡੈਪਟਰ ਕਾਰਡ ਤੇ। ਵੀਡੀਓ ਅਡੈਪਟਰ ਕਾਰਡ ਜਿੱਦਾਂ ਦਾ ਵੀ ਹੋਏਗਾ, ਜਿੰਨਾ ਵਧੀਆ ਕਾਰਡ ਹੋਏਗਾ ਉਨਾ ਤੁਹਾਡਾ ਵਧੀਆ ਡਿਸਪਲੇ ਹੋਏਗਾ, ਉਨੀ ਰੈਜ਼ੋਲੂਸ਼ਨ ਹੋਏਗੀ। ਕਈ ਵਾਰ ਤੁਸੀਂ ਆਹ ਵਰਡ ਸੁਣਿਆ ਹੈਗਾ 640 into 800, ਇਹ ਸੁਣਿਆ ਵਾਟ ਇਜ਼ ਕੀ ਹੈ 640 into 800? ਐਨੀਬਾਡੀ? 640 into 800 ਕਿਸੇ ਨੂੰ ਪਤਾ ਹੈਗਾ? ਐਮ ਆਈ ਆਡੀਬਲ? ਐਕਚੁਅਲੀ ਕੀ ਹੈ, ਆਵਾਜ਼ ਆ ਰਹੀ ਹੈ ਨਾ ਮੇਰੀ? ਹੈਲੋ, ਉਹ ਮੈਨੂੰ ਦੱਸ ਦੇਖੋ ਮੇਰਾ ਪਰਪਸ ਪੜਾਉਣ ਦਾ ਤਾਂ ਹੈਗਾ, ਜੇ ਤੁਹਾਨੂੰ ਰੈਜ਼ੋਲੂਸ਼ਨ ਸਹੀ ਆ ਰਹੀ ਹੈ, ਮਤਲਬ ਆਵਾਜ਼ ਦੀ ਕਲੈਰਿਟੀ ਹੈਗੀ ਆ, ਤੇ ਜੋ 640 into 800 ਕੀ ਹੈ, ਬੇਸਿਕਲੀ ਤੁਹਾਡੀ ਰੈਜ਼ੋਲੂਸ਼ਨ ਹੈ, ਨੰਬਰ ਆਫ ਡਾਟਸ, ਕਿੰਨੇ ਡਾਟਸ ਸਕਰੀਨ ਤੇ ਹੈਗੇ ਆ। ਤੁਸੀਂ ਦੇਖਿਆ ਹੋਇਆ ਕਈ ਵਾਰ ਤੁਹਾਡੇ ਮੋਬਾਈਲਸ ਵੀ ਦੇਖਿਆ ਹੋਏਗਾ, ਜਦੋਂ ਜ਼ਿਆਦਾ ਰੈਜ਼ੋਲੂਸ਼ਨ ਹੁੰਦੀ ਹੈਗੀ ਆ ਤਾਂ ਕੀ ਹੈ, ਤੁਹਾਡੇ ਤੁਹਾਡੇ ਕਈ ਵਾਰ ਮੋਬਾਈਲ ਦੀ ਕਲੈਰਿਟੀ ਵੱਧ ਜਾਂਦੀ ਹੈਗੀ ਆ, ਜਾਂ ਤੁਸੀਂ ਪਿਕਚਰ ਵੀ ਕਈ ਵਾਰ ਜਦੋਂ ਕੈਮਰੇ ਨਾਲ ਕਲਿੱਕ ਕਰਦੇ ਹੈਗੇ ਆ, ਤੁਸੀਂ ਵੱਧ ਰੈਜ਼ੋਲੂਸ਼ਨ ਚ ਜੇ ਫੋਟੋ ਕਰਨੀ ਹੁੰਦੀ ਹੈਗੀ ਆ, ਤੁਹਾਡੀ ਪਿਕਚਰ ਦਾ ਸਾਈਜ਼ ਵੱਧ ਜਾਂਦਾ, ਪਰ ਵਧੀਆ ਪਿਕਚਰ ਆ ਜਾਂਦੀ, ਕਲੈਰਿਟੀ ਹੋ ਜਾਂਦੀ ਆ। ਸੋ ਇਹ ਕੀ ਹੁੰਦੀ ਹੈ ਐਕਚੁਅਲੀ 640 into 800, ਜਾਂ ਆਪਾਂ ਕਹਿ ਲਈਏ 1080, ਇਹ ਸਾਰਾ ਕੀ ਚੀਜ਼ ਹੈਗੀ ਆ, ਦਿਸ ਇਜ਼ ਨੋਨ ਐਜ਼ ਰੈਜ਼ੋਲੂਸ਼ਨ। ਰੈਜ਼ੋਲੂਸ਼ਨ ਦਾ ਮਤਲਬ ਕੀ ਆ, ਇੱਧਰ ਕਿੰਨੇ ਨੰਬਰ ਆਫ ਪਿਕਸਲਸ ਹੈਗੇ ਆ, ਇੱਧਰ ਕਿੰਨੀਆਂ ਪਿਕਸਲਸ ਹੈਗੀਆਂ। ਇਹਦਾ ਮਤਲਬ ਕੀ ਹੈ 640 ਦਾ ਮਤਲਬ ਕੀ ਹੈ 640 ਇੱਧਰ ਪਿਕਸਲਸ ਹੈਗੀਆਂ, ਇੱਧਰ ਕਿੰਨੀਆਂ ਹੈਗੀਆਂ 800। ਜੇ ਇਹਦੀ ਰੈਜ਼ੋਲੂਸ਼ਨ ਕੀ ਹੋਗੀ ਸਕਰੀਨ ਦੀ 640 into 800, ਤਾਂ ਕਰਕੇ ਇਹਨੂੰ ਕਹਿੰਦੇ ਹੈਗੇ ਆ ਰੈਜ਼ੋਲੂਸ਼ਨ। ਸੋ ਕਿਸੇ ਵੀ ਡਿਵਾਈਸ ਦੀ ਰੈਜ਼ੋਲੂਸ਼ਨ ਦੱਸਣ ਵਾਸਤੇ ਦੋ ਆਪਾਂ ਨੰਬਰ ਯੂਜ਼ ਕਰਦੇ ਹੈਗੇ ਆ, ਇੱਕ ਇਸ ਤਰ੍ਹਾਂ ਦਾ ਕੰਬੀਨੇਸ਼ਨ ਨੰਬਰ ਹੋਏਗਾ, ਜਿਵੇਂ 640 to 800 ਜਾਂ 1080 to 1025। ਸੋ ਰੇਸ਼ੋ ਹੁੰਦੀ ਹੈਗੀ ਆ। ਹੁਣ ਆ ਜਾਂਦਾ ਇਸ ਤੋਂ ਬਾਅਦ ਸਭ, ਇਹ ਲੱਗ ਹੀ ਸਮਝ ਤੁਹਾਨੂੰ ਕੀ ਆ ਮੋਨੀਟਰ ਦਾ ਕੀ ਕੰਮ ਹੈਗਾ ਤੇ ਵੀਡੀਓ ਅਡੈਪਟਰ ਦਾ ਕੀ ਕੰਮ ਹੈਗਾ। ਮੋਨੀਟਰ ਦਾ ਕੰਮ ਡਿਸਪਲੇ ਕਰਨਾ ਹੈਗਾ, ਤੇ ਵੀਡੀਓ ਅਡੈਪਟਰ ਦਾ ਕੰਮ ਕੀ ਹੈਗਾ, ਵੀਡੀਓ ਅਡੈਪਟਰ ਕੀ ਕਰਦਾ ਹੈਗਾ, ਜਿਹੜੀ ਵੀ ਤੁਹਾਡੀ ਇਨਫੋਰਮੇਸ਼ਨ ਕੰਪਿਊਟਰ 'ਚ ਪ੍ਰੋਸੈਸ ਹੁੰਦੀ ਹੈ, ਜਿਹੜਾ ਵੀ ਕਰੈਕਟਰ ਬਣਾਉਣਾ ਹੈਗਾ, ਜਿਹੜਾ ਵੀ ਡਿਸਪਲੇ ਹੋਣਾ, ਉਹ ਸਾਰੀ ਇਨਫੋਰਮੇਸ਼ਨ ਮੋਨੀਟਰ ਨੂੰ ਪ੍ਰੋਵਾਈਡ ਕਰਦਾ ਹੈਗਾ। ਮੋਨੀਟਰ ਜਸਟ ਕੀ ਕਰਦਾ, ਉਸ ਚੀਜ਼ ਨੂੰ ਡਿਸਪਲੇ ਕਰਦਾ ਹੈਗਾ। ਤੇ ਜਿਹੜੀ ਵੀ ਇਨਫੋਰਮੇਸ਼ਨ ਡਿਸਪਲੇ ਹੁੰਦੀ ਹੈਗੀ ਆ, ਉਹ ਸਾਰੀ ਇਨ ਦਾ ਫਾਰਮ ਆਫ ਪਿਕਸਲਸ ਹੁੰਦੀ ਹੈਗੀ ਆ। ਆਪਾਂ ਜਿਹੜੀਆਂ ਜਿਹੜੀਆਂ ਪਿਕਸਲਸ ਹਾਈਲਾਈਟ ਕਰ ਦਈਏ, ਉਹਦੇ ਅਕੋਰਡਿੰਗਲੀ ਆਬਜੈਕਟ ਬਣ ਜਾਂਦਾ ਹੈਗਾ ਜਾਂ ਇਮੇਜ ਬਣ ਜਾਂਦਾ। ਜ਼ਿਕਰ ਕਲੀਅਰ ਹੈ? ਮੈਨੂੰ ਇੰਟਰੈਕਟ ਮੈਨੂੰ ਇੰਟਰੈਕਟ ਕਰੋ, ਕਿਉਂਕਿ ਪਰਪਸ ਇਹ ਆ ਵੀ ਡਿਸਪਲੇ ਦਾ ਤੁਹਾਨੂੰ ਮੈਂ ਦੱਸਦਾ, ਡਿਸਪਲੇ ਦੋ ਚੀਜ਼ਾਂ ਨਾਲ ਬਣਦਾ ਹੈਗਾ, ਇੱਕ ਮੋਨੀਟਰ ਤੇ ਇੱਕ ਵੀਡੀਓ ਕਾਰਡ, ਦੋ ਚੀਜ਼ਾਂ ਜ਼ਰੂਰੀ ਹੈਗੀਆਂ। ਜਿਵੇਂ ਤੁਸੀਂ ਵੀਡੀਓ ਕਾਰਡ ਦੀ ਐਗਜ਼ਾਮਪਲ ਤੁਹਾਨੂੰ ਮੈਂ ਦੇਣਾ, ਜਿਵੇਂ VGA ਸੁਣਿਆ, VGA ਕਾਰਡ, ਕਈ ਵਾਰ ਕਹਿੰਦੇ ਤੁਹਾਡੇ ਕੋਲ VGA ਕਾਰਡ ਹੈ। VGA ਦਾ ਮਤਲਬ ਕੀ ਆ, ਤੁਹਾਡਾ ਜਿਹੜਾ ਕੰਪਿਊਟਰ, ਹਾਂਜੀ ਹੈਲੋ, ਜਿਹੜਾ VGA ਦਾ ਮਤਲਬ ਕੀ ਹੈ, ਵੀ ਵੀਡੀਓ ਗ੍ਰਾਫਿਕਸ ਅਡੈਪਟਰ ਕਾਰਡ ਤੁਹਾਡਾ। VGA ਕਾਰਡ ਹੈ ਵੀਡੀਓ ਗ੍ਰਾਫਿਕਸ ਅਡੈਪਟਰ ਕਾਰਡ। ਇਹ ਕਾਰਡ ਤੁਹਾਡੇ ਸਿਸਟਮ 'ਚ ਲੱਗਿਆ ਹੋਏਗਾ, ਤਾਂ ਆਪਾਂ ਜਿਵੇਂ ਬਲੂ ਕਲਰ ਦਾ ਜਿਹ 'ਚ ਹੁੰਦਾ ਹੈ ਕਿ VGA ਕਾਰਡ ਹੁੰਦਾ ਹੈਗਾ, ਇਹ ਚਾਹੇ ਤੁਹਾਡੇ ਲੈਪਟਾਪ ਆ ਚਾਹੇ ਤੁਹਾਡੇ ਕੰਪਿਊਟਰ ਹੈਗਾ, ਉਹਦੇ 'ਚ ਜ਼ਰੂਰ ਕਾਰਡ ਹੋਏਗਾ। ਹੁਣ ਸਭ ਤੋਂ ਪਹਿਲਾਂ ਕੀ ਹੈ, ਹੁਣ ਜਿਹੜੇ ਡਿਸਪਲੇ ਡਿਵਾਈਸਿਸ ਹੈਗੇ ਆ, ਇਹ ਮੈਨੂੰ ਰੱਬ ਕਰ ਰਿਹਾ ਇਹਨੂੰ ਮੈਂ, ਹੁਣ ਜਿਹੜੇ ਹੁਣ ਡਿਸਪਲੇ ਡਿਵਾਈਸਿਸ ਹੈਗੇ ਆ, ਡਿਸਪਲੇ ਡਿਵਾਈਸਿਸ ਦੋ ਤਿੰਨ ਤਰ੍ਹਾਂ ਦੇ, ਕਾਫੀ ਤਰ੍ਹਾਂ ਦੇ ਹੁੰਦੇ ਆ, ਪਰ ਉਹਨਾਂ 'ਚ ਮੇਨ ਜਿਹੜੇ ਡਿਸਪਲੇ ਡਿਵਾਈਸਿਸ ਹੈਗੇ ਆ, ਉਹ ਕੀ ਹੈ, ਪਹਿਲਾ ਕੀ ਆ CRT, LCD, LED ਜਾਂ ਪਲਾਜ਼ਮਾ। ਇਹ ਕਿਹੜੇ ਹੈਗੇ ਆ, ਇਹ ਤੁਹਾਡੇ ਕੀ ਗਿਆ ਡਿਸਪਲੇ ਡਿਵਾਈਸਿਸ। ਇਹ ਜਿਹੜੇ ਤਿੰਨ ਹੈਗੇ ਜਿਹੜੇ LCD, ਇਹਨਾਂ ਨੂੰ ਆਪਾਂ ਫਲੈਟ ਪੈਨਲ ਡਿਸਪਲੇ ਕਹਿ ਦਿੰਦੇ ਆ। ਕਿਹੜੇ ਕਹਿੰਦੇ ਆ, ਫਲੈਟ ਪੈਨਲ ਡਿਸਪਲੇ। ਅੱਜ ਕੱਲ ਤੁਸੀਂ ਘਰਾਂ 'ਚ ਤੁਹਾਡੇ ਜਿਹੜੇ ਟੀਵੀ ਹੁੰਦੇ ਹੈਗੇ ਆ, ਤੁਸੀਂ ਕਹਿੰਦੇ ਸਾਡੇ ਘਰ LCD ਟੀਵੀ ਹੈ ਜਾਂ LED ਟੀਵੀ ਹੈ ਜਾਂ ਪਲਾਜ਼ਮਾ ਅੱਜ ਕੱਲ ਚੱਲ ਨਹੀਂ ਰਿਹਾ, LCD ਤੇ LED ਟੀਵੀ ਹੁੰਦੇ ਹੈਗੇ ਆ ਤੁਹਾਡੇ ਘਰਾਂ 'ਚ, ਇਹਨਾਂ ਨੂੰ ਫਲੈਟ ਪੈਨਲ ਡਿਸਪਲੇ ਕਹਿ ਦਿੰਦੇ ਹੈਗੇ। ਤੇ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਘਰਾਂ 'ਚ CRT ਬੇਸਡ ਪੁਰਾਣੇ ਜਿਹੜੇ ਟੀਵੀ ਹੁੰਦੇ ਸੀਗੇ,
ਉਹ ਜਿਹੜੇ ਹੁੰਦੇ ਸੀ ਉਹ ਕਿਹੜੇ ਬੇਸਡ ਹੁੰਦੇ ਸੀਗੇ, CRT ਬੇਸਡ। ਜਿਸ ਤਰ੍ਹਾਂ ਜਿਹੜੇ ਡਿਸਪਲੇ ਦੀ ਜਿਹੜੀ ਡਾਇਗਰਾਮ ਇਦਾਂ ਦੀ ਹੁੰਦੀ ਸੀਗੀ, ਇਸ ਤਰ੍ਹਾਂ ਦੇ ਡਿਸਪਲੇ ਬਣੇ ਹੁੰਦੇ ਸੀਗੇ, ਦੇਖੋ ਨਾ ਇਦਾਂ ਦੇ। ਪਹਿਲਾਂ ਜਿਹੜੇ ਟੀਵੀ ਹੁੰਦੇ ਸੀਗੇ ਉਹ ਕੀ ਹੁੰਦੇ ਸੀ, ਉਹ ਪਿੱਛੋਂ ਕੀ ਹੁੰਦੇ ਸੀ, ਬੈਕ ਸਾਈਡ। ਉਹ ਜਿਹੜੇ ਡਿਸਪਲੇ ਡਿਵਾਈਸ ਹੁੰਦੇ ਸੀਗੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਸੀਗੇ, CRT। ਸੁਣਿਆ ਨਾ CRT? ਹਾਂ, ਸੋ ਆਪਾਂ ਪਹਿਲਾਂ ਕੈਥੋਡ ਰੇ ਟਿਊਬ। ਸੋ CRT ਦੀ ਫੁੱਲ ਫਾਰਮ ਹੈਗੀ ਆ ਕੈਥੋਡ ਰੇ ਟਿਊਬ। ਬੇਸਿਕਲੀ ਕੀ ਹੈ ਕੈਥੋਡ ਰੇ ਟਿਊਬ, ਕੀ ਹੈ ਇੱਕ ਤਰ੍ਹਾਂ ਦੀ ਟਿਊਬ ਹੈਗੀ ਆ, ਵੈਕਿਊਮ ਕ੍ਰੀਏਟਡ ਟਿਊਬ ਹੈਗੀ ਆ। ਡਾਇਗਰਾਮ ਬਣੀ ਹੋਈ ਨਾ ਨੀਚੇ, ਇਹ ਕੈਥੋਡ ਰੇ ਟਿਊਬ ਦੀ ਡਾਇਗਰਾਮ ਬਣੀ ਹੋਈ ਹੈਗੀ ਆ। ਇਹ ਕੀ ਹੈ, ਇੱਕ ਡਾਇਗਰਾਮ, ਇੱਕ CRT की कैथोड रे ट्यूब एक ट्यूब हैगी आ ट्यूब ਦੀ ਫਾਰਮ ਚ ਨਾ, ਇੱਕ ਟਿਊਬ ਦੀ ਫਾਰਮ ਚ ਬੰਦ। ਇਹ ਕੀ ਹੁੰਦੀ ਹੈ, ਵੈਕਿਊਮ ਕ੍ਰੀਏਟਡ ਕੀਤੀ ਹੁੰਦੀ ਹੈਗੀ। ਇਹਦੇ ਚ ਕੀ ਹੁੰਦਾ ਹੈਗਾ, ਵੈਕਿਊਮ ਮੀਨਸ ਕਿ देयर इज नो एयर इनसाइड इट। ਕੈਥੋਡ ਦਾ ਮਤਲਬ ਕੀ ਹੈ, व्हाट इज कैथोड एंड ट्यूब। ट्यूब ਤਾਂ ਦੱਸਤੀ ਮੈਂ, ਟਿਊਬ ਬਣੀ ਹੋਈ ਆ। व्हाट इज कैथोड, कैथोड ਕੀ ਹੈ, एनीवन? कैथोड बेसिकली ਕੀ ਹੈ, ਇੱਕ ਐਲੀਮੈਂਟ ਹੈਗਾ ਜਿਹਨੂੰ ਆਪਾਂ ਜੇ ਆਪਾਂ ਹੀਟ ਕਰੀਏ ਤਾਂ ਉਹ ਕੀ ਪ੍ਰੋਡਿਊਸ ਕਰਦਾ ਹੈਗਾ, ਇਲੈਕਟ੍ਰੋਨਸ। ਮੀਨਸ ਇਹ ਕੈਥੋਡ ਇੱਕ ਐਲੀਮੈਂਟ ਹੈਗਾ, ਜੇ ਆਪਾਂ ਇਹਨੂੰ ਹੀਟ ਕਰ ਦਈਏ, ਆ ਕੀ ਆਪਾਂ ਇਹਨੂੰ ਹੀਟ ਕਰਤਾ, ਇਹ ਹੈਗਾ ਕੈਥੋਡ। ਇਹ ਕੈਥੋਡ ਆ, ਆਪਾਂ ਇਹਨੂੰ ਹੀਟ ਕਰਤਾ। ਜਦੋਂ ਹੀਟ ਕਰਦਾ ਇਹ ਕੀ ਕਰਦਾ ਹੈਗਾ, ਇਹਦੇ ਚ ਕੀ ਨਿਕਲਦੇ ਹੈਗੇ ਇਦਾਂ, ਇਲੈਕਟ੍ਰੋਨਸ। ਠੀਕ ਹੈ, ਇਲੈਕਟ੍ਰੋਨਸ ਨਿਕਲਦੇ ਹੈਗੇ। ਹੁਣ ਇਲੈਕਟ੍ਰੋਨਸ ਨਿਕਲਦੇ ਹੈਗੇ ਆ ਤਾਂ ਕੈਥੋਡ ਰੇ ਟਿਊਬ। ਸੋ ਇਹਦੇ ਚ ਕੀ ਹੈ, ਹੁਣ ਮੈਂ ਐਕਸਪਲੇਨ ਕਰ ਰਿਹਾ ਤੁਹਾਨੂੰ ਕੈਥੋਡ ਰੇ ਟਿਊਬ ਕੀ ਹੁੰਦੀ ਹੈ। ਕੈਥੋਡ ਰੇ ਟਿਊਬ ਕੀ ਹੈ, ਇਹ ਤੁਹਾਡੀ ਕੈਥੋਡ ਹੈਗੀ ਆ, ਇਹਨੂੰ ਆਪਾਂ ਹੀਟ ਕਰ ਦਿੰਦੇ ਹੈਗੇ। ਜਦੋਂ ਹੀਟ ਕਰਦੇ ਆ ਇਹਦੇ ਚ ਕੀ ਆ, ਇਲੈਕਟ੍ਰੋਨਸ ਨਿਕਲਦੇ ਹੈਗੇ ਆ। ਕੀ ਨਿਕਲਦੇ ਹੈਗੇ ਆ, ਇਲੈਕਟ੍ਰੋਨ। ਠੀਕ ਹੈ, ਇਹ ਇਲੈਕਟ੍ਰੋਨ ਜਿਹੜੇ ਹੈਗੇ ਆ ਨਾ, ਜਿਵੇਂ ਆਪਾਂ ਟਾਰਚ ਕਰਦੇ ਨਾ, ਟਾਰਚ ਔਨ ਕਰਦੇ ਹੈਗੇ ਤਾਂ ਸਾਰੀ ਜਗ੍ਹਾ ਸਪਰੈਡ ਹੁੰਦੀ ਹੈ ਨਾ ਟਾਰਚ, ਤਾਂ ਕਰਕੇ ਸਾਰੀ ਜਗ੍ਹਾ ਸਪਰੈਡ ਹੋਏ। ਪਰ ਆਪਾਂ ਨੂੰ ਜਿਹੜੀ ਇਲੈਕਟ੍ਰੋਨਸ ਹੈਗੀ ਆ ਚਾਹੀਦੀ ਹੈ। ਬੀਮ ਦਾ ਮਤਲਬ ਕੀ ਹੈ, ਜਿਵੇਂ ਲੇਜ਼ਰ ਹੁੰਦੀ ਹੈ ਨਾ, ਲੇਜ਼ਰ ਇੱਕ ਪੁਆਇੰਟ ਤੇ ਸਟ੍ਰਾਈਕ ਕਰਦੀ ਹੈਗੀ ਹੈ, ਇਸ ਤਰ੍ਹਾਂ ਚਾਹੀਦੀ ਹੈ। ਇਸ ਕਰਕੇ ਜਿਹੜੇ ਇਲੈਕਟ੍ਰੋਨ ਇਹਨੂੰ ਆਪਾਂ ਬੀਮ ਬਣਾਉਣੀ ਹੈ। ਬੀਮ ਬਣਾਉਣ ਲਈ ਕੀ ਆ, ਦੋ ਸਿਸਟਮ ਲੱਗੇ ਹੁੰਦੇ, ਇੱਕ ਐਕਸਲੇਟਿੰਗ ਮੋਡ ਹੁੰਦਾ ਹੈਗਾ, ਫੋਕਸਿੰਗ ਮੋਡ ਹੁੰਦਾ ਹੈਗਾ। ਐਕਸਲੇਟਿੰਗ ਦਾ ਮਤਲਬ ਹੁੰਦਾ ਜਿਹੜਾ ਇਹਨੂੰ ਸਪੀਡ ਦਿੰਦਾ, ਲਾਈਕ ਐਕਸਲੇਟ ਦਾ ਮਤਲਬ ਐਕਸਲੇਟ ਕਰਨਾ, ਸਪੀਡ ਦੇਣਾ। ਫੋਕਸਿੰਗ ਦਾ ਮਤਲਬ ਕੀ ਹੁੰਦਾ ਹੈਗਾ, ਇਹ ਜਿਹੜਾ ਇਲੈਕਟ੍ਰੋਨਸ ਹੈਗੇ ਆ ਉਹਨੂੰ ਇੱਕ ਫੋਕਸ ਕਰ ਦਿੰਦਾ, ਕਾਹਦੇ ਚ, ਇੱਕ ਇਨ ਦੀ ਫਾਰਮ ਆਫ ਇਲੈਕਟ੍ਰੋਨ ਬੀਮ। ਕਾਹਦੇ ਚ, ਇਲੈਕਟ੍ਰੋਨ ਬੀਮ। ਬੀਮ ਦਾ ਮਤਲਬ ਕੀ ਆ, ਜਿਹੜੇ ਇਲੈਕਟ੍ਰੋਨਸ ਇਦਾਂ ਕਰਕੇ ਅਲੱਗ-ਅਲੱਗ ਚੱਲਦੇ ਪਏ ਆ ਉਹ ਕਿਸ ਫਾਰਮ ਚ ਆ ਜਾਂਦੇ ਆ, ਇੱਕ ਸਿੰਗਲ ਲਾਈਨ ਦੀ ਫਾਰਮ ਚ ਆ ਜਾਂਦੇ ਆ, ਬੀਮ ਬਣ ਜਾਂਦੀ। ਕੀ ਬਣ ਜਾਂਦੀ ਇਹਦੀ ਬੀਮ ਬਣ ਜਾਂਦੀ ਹੈਗੀ ਆ। ਸੋ ਇਹ ਇਲੈਕਟ੍ਰੋਨਸ ਅੱਗੇ ਜਾਂਦੇ ਹੈਗੇ ਆ। ਫਿਰ ਇੱਥੇ ਦੋ ਪਲੇਟਸ ਹੁੰਦੀਆਂ ਹੈਗੀਆਂ, ਇਹ ਹੁੰਦੀਆਂ ਤੁਹਾਡੀਆਂ ਵਰਟੀਕਲ ਡਿਫਲੈਕਸ਼ਨ। ਵਰਟੀਕਲ ਦਾ ਮਤਲਬ ਕਿ ਇਦਾਂ ਕਰਕੇ ਡਿਫਲੈਕਸ਼ਨ ਹੁੰਦੀ ਆ, ਮਤਲਬ ਜਿਹ ਚ ਕੀ ਆ, ਮੂਵਮੈਂਟ। ਹੁਣ ਕੋਈ ਵੀ ਡਿਸਪਲੇ ਆ, ਉਹਦੇ ਦੋ ਤਰ੍ਹਾਂ ਦੀ ਮੂਵਮੈਂਟ ਹੋ ਸਕਦੀ ਹੈਗੀ ਆ। ਆ ਡਿਸਪਲੇ ਸਪੋਜ਼ ਇੱਥੇ ਜਾਂ ਤਾਂ ਹੌਰੀਜੈਂਟਲ ਹੋ ਸਕਦੀ ਹੈਗੀ ਆ, ਤੇ ਜਾਂ ਫਿਰ ਵਰਟੀਕਲ ਅਪ ਡਾਊਨ ਹੋ ਸਕਦੀ ਹੈਗੀ ਆ, ਹੌਰੀਜੈਂਟਲ ਲੈਫਟ ਹੋ ਸਕਦੀ ਹੈਗੀ ਆ। ਸੋ ਇਹ ਜਿਹੜੀਆਂ ਪਲੇਟਸ ਲੱਗੀਆਂ, ਇਹ ਵਰਟੀਕਲ ਡਿਫਲੈਕਸ਼ਨ ਪਲੇਟਸ ਆ। ਇਹ ਇਲੈਕਟ੍ਰੋਨ ਬੀਮ ਨੂੰ ਕੀ ਕਰਦੀਆਂ ਹੈਗੀਆਂ, ਉੱਪਰ ਨੀਚੇ ਮੂਵ ਕਰਦੀਆਂ ਹੈਗੀਆਂ। ਤੇ ਇਹ ਹੈਗੀਆਂ ਹੌਰੀਜੈਂਟਲ। ਹੌਰੀਜੈਂਟਲ ਦਾ ਮਤਲਬ ਕੀ ਹੈ, ਇਹ ਲੈਫਟ ਰਾਈਟ, ਜਿਵੇਂ ਕਿ ਲੈਫਟ ਰਾਈਟ ਕਰਨਾ ਇਹ ਪਲੇਟਸ ਕਰਦੀਆਂ। ਵਰਟੀਕਲ ਕੀ ਆ, ਅਪ ਡਾਊਨ ਇਹ ਵਾਲੀਆਂ ਕਰਦੀਆਂ। ਇਸ ਤੋਂ ਬਾਅਦ ਇਲੈਕਟ੍ਰੋਨ ਬੀਮ ਜਾ ਕੇ ਕਿੱਥੇ ਜਾਂਦੀ ਹੈ, ਸਿੱਧਾ ਇੱਕ ਐਂਡ ਤੇ ਚਲੀ ਜਾਂਦੀ ਹੈ, ਇਸ ਪੁਆਇੰਟ ਤੇ। ਆ ਜਿਹੜਾ ਐਂਡ ਹੈਗਾ ਟਿਊਬ ਦਾ, ਇੱਥੇ ਕੀ ਹੋਏਗਾ, ਇੱਥੇ ਫਾਸਫੋਰਸ ਦੀ ਕੋਟਿੰਗ ਕੀਤੀ ਹੋਈ ਆ। ਕੀ ਕੀਤਾ ਹੋਏਗਾ, ਫਾਸਫੋਰਸ ਕੋਟਡ ਸਕਰੀਨ। ਮੀਨਸ ਕਿ ਇਹਦੇ ਤੇ ਕੀ ਹੈ, ਫਾਸਫੋਰਸ ਲੱਗੀ ਹੋਈ ਹੈ ਸਾਰੀ ਸਕਰੀਨ ਤੇ। ਹੁਣ ਤੁਹਾਨੂੰ ਇੱਥੋਂ ਤੱਕ ਕਲੀਅਰ ਹੈ ਵੀ ਇਲੈਕਟ੍ਰੋਨਸ ਸਮਿਟ ਹੁੰਦੇ ਹੈਗੇ ਆ, ਇਹ ਚ ਇਲੈਕਟ੍ਰੋਨ ਸਾਰੇ ਫੋਕਸ ਹੋ ਜਾਂਦੇ ਹੈਗੇ ਆ, ਇੱਕ ਨੈਰੋ ਬੀਮ ਬਣ ਜਾਂਦੀ ਹੈਗੀ ਆ। ਦੋ ਪਲੇਟਸ ਹੁੰਦੀਆਂ, ਇੱਕ ਹੌਰੀਜੈਂਟਲ ਡਿਫਲੈਕਸ਼ਨ ਕਰਦੀਆਂ, ਇੱਕ ਵਰਟੀਕਲ ਡਿਫਲੈਕਸ਼ਨ ਕਰਦੀਆਂ ਹੈਗੀਆਂ। ਤੇ ਇਲੈਕਟ੍ਰੋਨ ਬੀਮ ਜਾ ਕੇ ਇੱਥੇ ਐਂਡ ਤੇ ਸਟ੍ਰਾਈਕ ਕਰਦੀ ਹੈਗੀ ਆ। ਇੱਥੇ ਕੀ ਹੁੰਦਾ ਹੈਗਾ, ਫਾਸਫੋਰਸ ਲੱਗਿਆ ਹੁੰਦਾ ਹੈਗਾ, ਸਾਰੀ ਜਗ੍ਹਾ ਤੇ ਕੀ ਲੱਗਿਆ ਹੁੰਦਾ ਹੈਗਾ, ਫਾਸਫੋਰਸ। ਆਪਾਂ ਕਿੱਥੋਂ ਦੇਖ ਰਹੇ ਹੁੰਦੇ ਆ, ਆਪਾਂ ਇਸ ਸਾਈਡ ਤੋਂ ਦੇਖ ਰਹੇ ਹੁੰਦੇ ਆ। ਆਪਾਂ ਮੀਨਸ ਕੀ ਹੈ,
ਜਿਹੜੀ ਆਹ ਸਾਈਡ ਹੈਗੀ ਹੈ ਇਧਰਲੀ ਸਾਈਡ ਤੋਂ ਦੇਖ ਰਹੇ ਆਪਾਂ, ਇਹ ਫਰੰਟ ਆ ਗਿਆ ਇੱਥੇ, ਦਿਸ ਇਜ਼ ਨੋਨ ਐਜ਼ ਇਹ ਫਰੰਟ, ਇਹ ਆਪਾਂ ਨੂੰ ਵੀ ਹੁੰਦਾ। ਇਲੈਕਟ੍ਰੋਨਸ ਇੱਥੇ ਸਟ੍ਰਾਈਕ ਕਰਦੇ ਆ, ਜਦੋਂ ਇਲੈਕਟ੍ਰੋਨਸ ਫਾਸਟ ਫੋਰਸ ਤੇ ਸਟ੍ਰਾਈਕ ਕਰਦੇ ਕੀ ਹੁੰਦਾ ਹੈਗਾ, ਫਾਸਟ ਫੋਰਸ ਤੇ ਕੀ ਹੁੰਦਾ ਹੈਗਾ, ਹੁਣ ਤੁਹਾਨੂੰ ਮੈਂ ਸਕਰੀਨ ਦਿਖਾ ਰਿਹਾ, ਇਹ ਤੁਹਾਡੀ ਸਕਰੀਨ ਹੈ ਸਪੋਜ਼, ਦਿਸ ਇਜ਼ ਯੋਰ ਸਕਰੀਨ। ਇਹਦੇ ਵਿੱਚ ਕੀ ਹੈ, ਜਦੋਂ ਇਲੈਕਟ੍ਰੋਨਸ, ਇਹ ਫਾਸਟ ਫੋਰਸ ਆ, ਇਹ ਜਿਹੜੇ ਡਾਟਸ ਸਾਰੇ ਕਾਹਦੇ ਬਣੇ ਹੋਏ ਆ, ਫਾਸਟ ਫੋਰਸ ਦੇ। ਜਦੋਂ ਇਲੈਕਟ੍ਰੋਨ ਬੀਮ ਇਹਨਾਂ ਤੇ ਸਟ੍ਰਾਈਕ ਕਰਦੀ ਆ ਫਾਸਟ ਫੋਰਸ ਦੇ ਉੱਪਰ, ਤਾਂ ਇਹ ਕੀ ਕਰਦੇ ਹੈਗੇ ਆ, ਗਲੋ ਕਰਦੇ ਹੈਗੇ ਆ। ਕੀ ਕਰਦੇ ਹੈਗੇ ਆ, ਗਲੋ ਕਰਦੇ, ਮੀਨਸ ਕਿ ਚੁੱਕੇ ਇਮਿਟ, ਲਾਈਟ ਇਮਿਟ ਹੁੰਦੀ ਹੈਗੀ ਆ। ਠੀਕ ਹੈ, ਹੁਣ ਇਹ ਸਪੋਜ਼ ਇਹ ਸਾਰੇ ਡਾਰਕ ਹੈਗੇ ਆ, ਇਹ ਜਿਹੜੇ ਜਿਹੜੇ ਜਿੱਥੇ ਜਿੱਥੇ ਬੀਮ ਸਟ੍ਰਾਈਕ ਕਰਦੀ ਹੈਗੀ ਆ, ਉਹ ਜਗ੍ਹਾ ਤੇ ਕੀ ਸਾਰੇ ਜਿਹੜੇ ਡਾਟਸ ਹੈਗੇ ਆ ਉਹ ਗਲੋ ਕਰਦੇ ਹੈਗੇ ਆ। ਹੁਣ ਆਪਣਾ ਕੋਈ ਵੀ ਇਮੇਜ ਬਣਾਉਣਾ ਹੈਗਾ, ਤਾਂ ਇਮੇਜ ਕਿਵੇਂ ਬਣਦਾ ਹੈਗਾ, ਇਮੇਜ ਬਣ ਲਈ ਕੀ ਹੈ, ਆਪਾਂ ਨੂੰ ਜਿਹੜੀਆਂ ਜਿਹੜੀਆਂ ਡਾਟਸ ਆਪਾਂ ਨੂੰ ਚਾਹੀਦੇ ਆ ਹਾਈਲਾਈਟ ਕਰਨੇ, ਆਪਾਂ ਉਹ ਕੀ ਕਰਦੇ ਆ, ਹਾਈਲਾਈਟ ਕਰ ਦਿੰਦੇ ਹੈਗੇ ਆ, ਬਾਕੀ ਸਾਰੇ ਕੀ ਆ, ਹਾਈਲਾਈਟ ਨਹੀਂ ਕਰਦੇ। ਸਪੋਜ਼ ਮੈਂ ਇੱਕ ਐਗਜ਼ਾਮਪਲ ਲੈ ਲੈਣਾ ਹੈਗਾ, ਉਹ ਸਮਝ ਲੱਗ ਰਹੀ ਹੈ, ਹੈਲੋ, ਲੱਗ ਰਹੀ ਹੈ ਨਾ, ਮੈਂ ਹਜੇ ਸਿਰਫ ਇੰਨਾ ਹੀ ਦੱਸਿਆ ਹੈਗਾ ਤੁਹਾਨੂੰ ਵੀ ਇਹ ਵੈਕਿਊਮ ਕ੍ਰੀਏਟਡ ਕੈਥੋਡ ਰੇ ਟਿਊਬ ਹੈ। ਕੈਥੋਡ ਮੀਨਸ ਕੀ, ਇੱਕ ਐਲੀਮੈਂਟ ਹੈ ਜਿਹਨੂੰ ਆਪਾਂ ਹੀਟ ਕਰਦੇ ਆ। ਰੇ ਦਾ ਮਤਲਬ ਕੀ ਆ, ਇਲੈਕਟ੍ਰੋਨ ਬੀਮ, ਜਿਹੜੀ ਰੇ ਦੀ ਫਾਰਮ ਚ ਹੁੰਦੀ ਹੈ, ਰੇ ਕਿਰਨੀ ਦੀ ਕਿਰਨ ਹੈ, ਆਪਾਂ ਪੰਜਾਬੀ ਚ ਆਪਾਂ ਕਿਰਨਾ ਕਹਿ ਦਿੰਦੇ ਆ, ਰੇ ਦੀ ਫਾਰਮ ਚ ਹੁੰਦੀ ਹੈ, ਜਿਵੇਂ ਸਨ ਰੇਜ਼ ਹੁੰਦੀਆਂ ਹੈਗੀਆਂ। ਤੇ ਟਿਊਬ ਕੀ ਆ, ਇਹ ਟਿਊਬ ਹੈਗੀ ਆ, ਇਹਦੇ ਚ ਕੀ ਆ, ਇਲੈਕਟ੍ਰੋਨ ਸਮਿਟ ਹੁੰਦੇ ਹੈਗੇ ਆ ਤੇ ਫਾਸਫੋਰਸ ਤੇ ਜਾ ਕੇ ਸਟ੍ਰਾਈਕ ਕਰਦੇ ਹੈਗੇ ਆ। ਹੁਣ ਅਲਟੀਮੇਟਲੀ ਇਮੇਜ ਕਿਸ ਤਰ੍ਹਾਂ ਬਣਦਾ ਹੈਗਾ ਉਹ ਦੱਸ ਰਿਹਾ ਤੁਹਾਨੂੰ, ਇਮੇਜ ਕਿਵੇਂ ਬਣਦਾ ਹੈਗਾ। ਇਮੇਜ ਬਣਾਉਣ ਲਈ ਕੀ ਹੈ, ਇਮੇਜ ਕਿਸ ਤਰ੍ਹਾਂ ਬਣੂਗਾ, ਇਹ ਤੁਹਾਡੀ ਸਕਰੀਨ ਹੈ, ਠੀਕ ਹੈ। ਇਹ ਸਕਰੀਨ ਦੇ ਉੱਪਰ ਕੀ ਹੈ, ਇਹ ਤੁਹਾਡੇ ਡਾਟਸ ਬਣੇ ਆ, ਮੈਂ ਤੁਹਾਨੂੰ ਐਗਜ਼ਾਮਪਲ ਥੋੜੀ ਬਿਗਰ ਡਾਟਸ ਬਣਾ ਕੇ ਸ਼ੋ ਕਰ ਰਿਹਾ ਹੈਗਾ। ਓਏ ਆਪਣੇ ਸਪੀਕਰ ਬਾਕੀ ਬੰਦ ਰੱਖੋ, ਮਾਈਕ ਜਿਹੜੀ ਸਾਊਂਡ ਪਿੱਛੋਂ ਆ ਰਹੀ ਹੈਗੀ ਆ ਬੰਦ ਰੱਖੋ। ਸਪੋਜ਼ ਇਹ ਮੈਂ ਥੋੜੇ ਪਿਕਸਲ ਸ਼ੋ ਕਰ ਰਿਹਾ, ਇਹ ਬਣ ਗਏ ਪਿਕਸਲ ਸਾਰੇ, ਇਹ ਤੁਹਾਡੀ ਸਕਰੀਨ ਹੈ, ਠੀਕ ਹੈ। ਇਹ ਤੁਹਾਡੀ ਸਕਰੀਨ ਹੈਗੀ ਆ, ਇਹ ਮੈਂ ਥੋੜੇ ਪਿਕਸਲ ਸ਼ੋ ਕੀਤੇ ਹੈਗੇ ਆ, ਪਰ ਅਦਰਵਾਈਜ਼ ਕੀ ਆ, ਪਿਕਸਲ ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਘੱਟੋ ਘੱਟ ਮੀਨਸ ਕੀ ਆ, ਜਿਵੇਂ 1000 ਗੁਣਾ 1000 ਹੋਏ ਤਾਂ ਕਿੰਨੇ ਹੋਏ, 1 ਲੱਖ ਦੇ ਕਰੀਬ ਤੁਹਾਡੇ ਪਿਕਸਲ ਹੋਣਗੇ ਇਹਦੇ ਤੇ। ਇਹ ਮੈਂ ਬਹੁਤ ਥੋੜੇ ਸ਼ੋ ਕੀਤੇ ਹੈਗੇ ਆ ਤਾਂ ਤੁਹਾਨੂੰ ਐਕਸਪਲੇਨ ਕਰਨ ਲਈ। ਹੁਣ ਕੀ ਹੈ, ਇਹ ਪਿਕਸਲ ਕਾਦੇ ਬਣੇ ਹੋਏ ਆ, ਫਾਸਫੋਰਸ ਦੇ। ਜਦੋਂ ਇੱਥੇ ਇਲੈਕਟ੍ਰੋਨ ਬੀਮ ਸਟ੍ਰਾਈਕ ਕਰਦੀ ਹੈਗੀ ਆ, ਉਹ ਇਦਾਂ ਸਟ੍ਰਾਈਕ ਕਰਦੀ ਹੈ ਨਾ ਪਿਕਸਲ, ਇਹਨਾਂ ਪਿਕਸਲ ਤੇ ਸਟ੍ਰਾਈਕ ਕਰਦੀ ਹੈਗੀ ਆ। ਜਦੋਂ ਇਹਨਾਂ ਪਿਕਸਲ ਤੇ ਸਟ੍ਰਾਈਕ ਕਰਦੀ ਹੈ, ਤਾਂ ਕਿ ਇਹ ਪਿਕਸਲ ਕੀ ਕਰਦੇ ਹੈਗੇ, ਗਲੋ ਕਰਦੇ ਆ। ਗਲੋ ਦਾ ਮਤਲਬ ਕੀ ਆ, ਪਹਿਲਾਂ ਪਹਿਲਾਂ ਇਹ ਬਲੈਕ ਹੁੰਦੇ ਹੈਗੇ ਆ, ਫਿਰ ਵਾਈਟ ਹੋ ਜਾਂਦੇ ਆ, ਮੀਨਸ ਕਿ ਸ਼ਾਈਨ ਕਰਨ ਸ਼ੁਰੂ ਹੋ ਜਾਂਦੇ ਆ। ਜਿਵੇਂ ਇੱਕ ਆਪਾਂ ਬਲਬ ਨਹੀਂ ਜਗਾਉਂਦੇ, ਸਪੋਜ਼ ਸਾਰੇ ਬਲਬ ਲੱਗੇ ਹੋਏ ਹੈਗੇ ਆ, ਛੋਟੇ ਬਲਬਸ ਹੈਗੇ ਆ, ਆਪਾਂ ਜਿਹੜੇ ਬਲਬ ਜਗਾ ਦਾਂਗੇ ਉਹਦੇ ਅਕੋਰਡਿੰਗਲੀ ਫਿਗਰ ਬਣੇਗੀ। ਸਪੋਜ਼ ਮੈਂ ਐਗਜ਼ਾਮਪਲ ਦੇ ਰਿਹਾ, ਮੈਂ ਸਪੋਜ਼ ਸੀ ਬਣਾਉਣੀ ਹੈਗੀ ਹੈ, ਸਪੋਜ਼ ਮੈਂ ਕਰੈਕਟਰ ਸੀ ਬਣਾ ਰਿਹਾ ਇੱਕ, ਸਪੋਜ਼ ਏ ਬਣਾ ਰਿਹਾ, ਚਲੋ ਏ ਬਣਾ ਦਿੰਦੇ ਆਪਾਂ, ਜਾਂ ਜੈਡ ਬਣਾਉਣੇ, ਜੋ ਸੌਖਾ ਬਣਾਉਣੇ ਜੈਡ। ਜੈਡ ਚ ਕੀ ਹੈ, ਸਪੋਜ਼ ਇਹ ਪਿਕਸਲ, ਇਹ ਪਿਕਸਲ, ਇਹ ਪਿਕਸਲ, ਪਹਿਲੀ ਰੋ ਚ ਮੈਂ 3 ਪਿਕਸਲਸ ਲੈ ਲਈਆਂ, ਇਹ ਵਾਲੀ, ਇਹ ਵਾਲੀ, ਇਹ ਵਾਲੀ, 3 ਪਿਕਸਲਸ ਹੈਗੀਆਂ। ਫਿਰ ਦੂਜੀ ਰੋ ਚ ਇਹ ਪਿਕਸਲ ਲੈ ਲਈ, ਤੀਜੇ ਚ ਇਹ ਵਾਲੀ, ਇਹ ਵਾਲੀ, ਇਹ ਵਾਲੀ। ਐਕਚੁਅਲੀ ਕੀ ਆ, ਇਹ ਤੁਹਾਡਾ ਕੀ ਹੈ, ਇੱਕ ਤਰ੍ਹਾਂ ਨਾਲ ਇਹ ਜੈਡ ਬਣ ਗਿਆ, ਜੈਡ ਬਣ ਰਿਹਾ ਨਾ ਇਹਨਾਂ ਪਿਕਸਲਸ ਨਾਲ, ਉਹ ਸਮਝ ਲੱਗ ਰਹੀ ਹੈ। ਇਹ ਮਤਲਬ ਜੇ ਪਹਿਲੀ ਰੋ, ਇਹ ਸਾਰੀ ਜਿਹੜੀਆਂ ਪਿਕਸਲਸ ਹੈਗੀਆਂ ਰੋ ਵਾਈਜ਼ ਹੁੰਦੀਆਂ, ਇਹ ਰੋ 1, ਰੋ 2, ਸੋ ਔਨ, ਇਹ ਕਾਲਮ 1, ਕਾਲਮ 2 ਐਂਡ ਸੋ ਔਨ। ਹੁਣ ਕੀ ਹੈ, ਹਰੇਕ ਰੋ ਤੇ ਕਾਲਮ ਦਾ ਹੈਗਾ। ਹੁਣ ਜਿਹੜਾ ਇਹ ਵਾਲਾ ਪਿਕਸਲ, ਇਹ ਮੈਂ C2, C3, C4, C5 ਤੇ C6, ਇਹਦੇ ਚ ਆਪਾਂ ਕਿਹੜੇ ਕਿਹੜੇ ਲਏ ਆ, ਇੱਕ ਵਾਲਾ ਇਹ ਵਾਲਾ ਪਿਕਸਲ, ਕੀ ਹੋ ਗਿਆ, ਇੱਕ ਇਹ ਵਾਲਾ, ਇੱਕ ਇਹ ਵਾਲਾ, ਇੱਕ ਇਹ 6 ਪਿਕਸਲ ਹੈਗੇ ਆ।
ਹੁਣ ਕੀ ਹੈ, ਜਦੋਂ ਇਲੈਕਟ੍ਰੋਨ ਬੀਮ ਨੂੰ ਆਪਾਂ ਔਨ ਵੀ ਕਰ ਸਕਦੇ ਹਾਂ ਤੇ ਆਫ ਵੀ ਕਰ ਸਕਦੇ ਹੈਗੇ। ਜਦੋਂ ਇਲੈਕਟ੍ਰੋਨ ਬੀਮ ਔਨ ਹੋਊਗੀ ਤਾਂ ਕੀ ਕਰੂਗੀ, ਉਸ ਪੁਆਇੰਟ ਤੇ ਸਟ੍ਰਾਈਕ ਕਰੇਗੀ। ਸਪੋਜ਼ ਆਪਾਂ ਇੱਥੇ ਔਨ ਨਹੀਂ ਕੀਤੀ, ਇੱਥੇ ਵੀ ਔਨ ਨਹੀਂ ਕੀਤੀ, ਇੱਥੇ ਵੀ ਨਹੀਂ ਔਨ ਕੀਤੀ, ਇੱਥੇ ਆਪਾਂ ਔਨ ਕਰਤੀ, ਤਾਂ ਕੀ ਹੋਏਗਾ, ਇਹ ਵਾਲਾ ਪਿਕਸਲ ਕੀ ਕਰੂ, ਗਲੋ ਕਰੂਗਾ। ਇਹ ਪਿਕਸਲ ਗਲੋ ਕਰੂਗਾ ਨਾ ਜਦੋਂ ਆਪਾਂ ਇੱਥੇ ਇਲੈਕਟ੍ਰੋਨ ਬੀਮ ਔਨ ਹੋਗੀ। ਇੱਥੇ ਫਿਰ ਔਨ ਕਰਤੀ, ਫਿਰ ਇੱਥੇ ਔਨ ਕਰਤੀ, ਫਿਰ ਆਫ ਕਰਤੀ, ਆਫ ਆਫ, ਫਿਰ ਦੂਜੀ ਰੋ ਚ ਆ ਗਈ, ਆਫ 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 ਆਫ, ਫਿਰ ਔਨ ਕਰਤੀ ਇੱਥੇ, ਫਿਰ ਕੀ ਹੈ ਇਹ, ਇੱਕ ਮਿੰਟ ਮੈਂ ਹੁਣ ਕਿਹੜੀਆਂ ਇਹ ਵਾਲੀ ਔਨ ਹੋ ਗਈ, ਇਹ ਵਾਲੀ ਔਨ ਹੈਗੀ, ਇਹ ਵਾਲੀ ਔਨ ਹੈ। ਹੁਣ ਕੀ ਹੈ, ਤੀਜੀ ਰੋ ਚ ਜਾ ਕੇ ਕੀ ਹੈ, ਇਹ ਵਾਲੀ ਔਨ ਕਰਤੀ ਹੈ, ਇਹ ਵਾਲੀ ਤੇ ਇਹ ਵਾਲੀ। ਹੁਣ ਕੀ ਹੋਏਗਾ, ਜਦੋਂ ਇਹ ਪਿਕਸਲਸ ਔਨ ਹੋ ਗਈਆਂ, ਜਿਹੜੀ ਜਿਹੜੀ ਜਗ੍ਹਾ ਤੇ ਸਟ੍ਰਾਈਕ, ਬਾਕੀ ਜਗ੍ਹਾ ਕੀ ਆਫ ਰੱਖਿਆ, ਤਾਂ ਆਪਣੀ ਸਾਰੀ ਸਕਰੀਨ ਤੇ ਕੀ ਸ਼ੋ ਹੋਊਗਾ, Z ਸ਼ੋ ਹੋ ਜਾਏਗਾ ਨਾ। ਉਹ ਲੱਗੀ ਸਮਝ, ਬਾਕੀ ਜਗ੍ਹਾ ਇਲੈਕਟ੍ਰੋਨ ਬੀਮ ਨੇ ਸਟ੍ਰਾਈਕ ਨਹੀਂ ਕਰਨਾ ਹੈਗਾ, ਸਿਰਫ ਕਿੱਥੇ ਸਟ੍ਰਾਈਕ ਕਰ ਰਹੀ ਆ, ਇਸ ਵਾਲੀ ਪਿਕਸਲ ਤੇ, ਇਸ ਤੇ, ਇਸ ਤੇ, ਫਿਰ ਦੂਜੀ ਰੋ ਚ ਐਸ ਪਿਕਸਲ ਤੇ, ਫਿਰ ਤੀਜੀ ਰੋ ਜਿਹੜੀ ਹੈਗੀ R3 ਉਹਦੇ ਚ ਐਸ ਪਿਕਸਲ, ਬਾਕੀ ਜਗ੍ਹਾ ਤੇ ਆਫ ਰੂ। ਹੁਣ ਇਲੈਕਟ੍ਰੋਨ ਬੀਮ ਜਿੱਥੇ ਜਿੱਥੇ ਔਨ ਆਫ ਹੋਊਗੀ, ਹੁਣ ਇਲੈਕਟ੍ਰੋਨ ਬੀਮ ਨੂੰ ਕਿਵੇਂ ਪਤਾ ਲੱਗੇਗਾ ਕਿਹੜੀ ਪਿਕਸਲ ਔਨ ਰੱਖਣੀ ਆ। ਹੁਣ ਸਪੋਜ਼ Z ਬਣਾਉਣਾ ਹੈਗਾ, ਤਾਂ Z ਦੀ ਇਨਫੋਰਮੇਸ਼ਨ ਕਾਹਦੇ ਸਟੋਰ ਹੋਊਗੀ, ਫਰੇਮ ਬਫਰ ਚ। ਫਰੇਮ ਬਫਰ, ਫਰੇਮ ਬਫਰ ਕੀ ਆ, ਵਾਟ ਇਜ਼ ਫਰੇਮ ਬਫਰ, ਸੁਣਿਆ ਕਦੇ ਫਰੇਮ ਬਫਰ, ਸੁਣਿਆ ਕਦੇ ਫਰੇਮ ਬਫਰ, ਨਹੀਂ। ਫਰੇਮ ਬਫਰ ਚ ਕੀ ਹੈ ਬੇਸਿਕਲੀ, ਆ ਜਿੰਨੀਆਂ ਪਿਕਸਲਸ ਹੈਗੀਆਂ ਇਹਨਾਂ ਦੀਆਂ ਸਾਰੀਆਂ ਪੋਜੀਸ਼ਨ ਸਟੋਰ ਕੀਤੀਆਂ ਹੁੰਦੀਆਂ ਹੈਗੀਆਂ। ਮੀਨਸ ਕੀ ਆ, ਜਿਹੜੀ ਪਹਿਲੀ ਪਿਕਸਲ ਆ ਸਪੋਜ਼ ਇਹਦੀ ਇਨਫੋਰਮੇਸ਼ਨ ਰੱਖੀ ਹੋਊਗੀ, ਜਿਵੇਂ ਹੁਣ ਕੀ ਹੈ 0 0 0 1 1 1। ਹੁਣ ਪਹਿਲੀ ਰੋ ਚ ਜੇ ਮੈਂ ਆਹ ਪੋਜੀਸ਼ਨ ਰੱਖੀ ਹੋਈ ਆ, ਇਹਦਾ ਮਤਲਬ ਕੀ ਹੈ, ਫਰੇਮ ਬਫਰ ਚ ਪਿਕਸਲ ਪੋਜੀਸ਼ਨਾਂ ਹੁੰਦੀਆਂ ਹੈਗੀਆਂ। ਪਿਕਸਲ ਪੋਜੀਸ਼ਨ ਕੀ ਹੈ, ਜਾਂ 0 ਜਾਂ 1, ਦੋ ਕੇਸ ਹੁੰਦੇ ਆ, ਜਾਂ 0 ਹੁੰਦੀ ਗਿਆ ਜਾਂ 1 ਹੁੰਦਾ ਹੈਗਾ। ਦੋ ਤਰ੍ਹਾਂ ਦੇ ਕੇਸ ਹੁੰਦੇ ਆ ਨਾ ਡਿਜੀਟਲ ਚ, ਜਾਂ 0 ਜਾਂ 1। 0 ਮੀਨਸ ਆਫ ਤੇ 1 ਮੀਨਸ ਔਨ। ਹੁਣ ਕੀ ਹੈਗਾ, ਹੁਣ ਇਸ ਕੇਸ ਕੀ ਹੈ, ਪਹਿਲੀ ਰੋ ਚ ਕੀ ਹੈ, ਆਪਾਂ ਪਹਿਲੀਆਂ 3 ਪਿਕਸਲਸ ਤੇ ਆਪਾਂ ਇਲੈਕਟ੍ਰੋਨ ਬੀਮ ਆਫ ਰੱਖਣੀ ਹੈਗੀ ਆ, ਤਾਂ ਅੰਦਰ ਆਪਣੇ ਕੋਲ ਬਫਰ ਚ ਕੀ ਵੈਲਿਊਜ਼ ਕਿਹੜੀਆਂ ਉਹਦੀਆਂ, 0। ਜਦੋਂ 0 ਵੈਲਿਊ ਆਊਗੀ ਫਰੇਮ ਬਫਰ ਚੋਂ, ਬਫਰ ਚ ਕੀ ਹੈ, ਵੈਲਿਊ ਸਾਰੀ ਸਟੋਰ ਕੀਤੀਆਂ ਹੁੰਦੇ ਇਨ ਦੀ ਫਾਰਮ ਆਫ ਪਿਕਸਲ ਪੋਜੀਸ਼ਨਾਂ ਜਿਹੜੀਆਂ ਹੈਗੀਆਂ ਦੱਸੀਆਂ ਹੁੰਦੀਆਂ 0 ਜਾਂ 1 ਦੀ ਫਾਰਮ ਚ। ਪਹਿਲੇ ਚ 0 ਆ, ਇੱਥੇ ਇਲੈਕਟ੍ਰੋਨ ਬੀਮ ਆਫ ਰਹੂਗੀ। ਦੂਜੇ ਚ ਫਿਰ 0 ਆ, ਆਫ ਰਹੂਗੀ। ਇੱਥੇ ਆਫ, ਇੱਥੇ ਕੀ ਆ ਗਿਆ, 1 ਆ ਗਿਆ, ਇਸ ਜਗ੍ਹਾ ਤੇ 1, ਇਲੈਕਟ੍ਰੋਨ ਬੀਮ ਔਨ ਹੋ ਜਾਏਗੀ। ਇੱਥੇ ਫਿਰ 1 ਆਏਗਾ, ਇਲੈਕਟ੍ਰੋਨ ਬੀਮ ਔਨ ਹੋ ਜਾਏਗੀ, ਫਿਰ ਔਨ ਹੋ ਜਾਏਗੀ, ਫਿਰ ਅੱਗੇ ਕੀ ਹੈ। ਸੋ ਇਸ ਦੀ ਫਾਰਮ ਚ ਕੀ ਆ, ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਕਾਹਦੇ ਸਟੋਰ ਕੀਤੀ ਹੁੰਦੀ ਹੈਗੀ ਆ, ਫਰੇਮ ਬਫਰ ਚ। ਇਹ ਕੀ ਹੈ ਤੁਹਾਡੀ, this is known as picture definition, picture definition। picture definition ਦਾ ਮਤਲਬ ਕੀ ਹੈ, ਜਿਹੜੀ ਵੀ ਪਿਕਚਰ ਤੁਸੀਂ ਡਿਸਪਲੇ ਕਰਨੀ ਹੈ ਉਹਦੀਆਂ ਵੈਲਿਊ ਸਾਰੀਆਂ ਕਾਹਦੇ ਸਟੋਰ ਕੀਤੀਆਂ ਹੁੰਦੀਆਂ, ਫਰੇਮ ਬਫਰ ਚ। ਹੁਣ ਸਪੋਜ਼ ਤੁਸੀਂ Z ਡਿਸਪਲੇ ਕਰਨਾ ਸੀਗਾ, Z ਦੇ ਲਈ ਕੀ ਸੀਗਾ, ਤੁਸੀਂ ਪਿਕਸਲ ਪਹਿਲੀ ਰੋ ਦੀਆਂ ਕਿਹੜੀਆਂ ਇਹ ਪਿਕਸਲਸ ਹੈਗੀਆਂ, ਇਹਦੇ ਅਕੋਰਡਿੰਗਲੀ ਕੀ ਹੈ, ਇਲੈਕਟ੍ਰੋਨ ਬੀਮ ਨੂੰ ਇਨਸਟਰਕਸ਼ਨ ਮਿਲੂਗੀ ਔਨ ਹੋਣਾ ਕਿ ਆਫ ਹੋਣਾ ਹੈਗਾ। ਹੁਣ ਪਹਿਲੀ ਵੈਲਿਊ 0 ਹੈਗੀ ਆ, ਇੱਥੇ ਆਫ ਰਹੂਗੀ, ਫਿਰ ਵੈਲਿਊ 0 ਆ, ਆਫ ਰਹੂਗੀ, ਫਿਰ ਇੱਥੇ ਵੈਲਿਊ 0 ਆਫ ਰਹੂਗੀ, ਫਿਰ ਹੁਣ ਵੈਲਿਊ 1 ਆ ਗਈ ਹੈਗੀ ਆ, ਤਾਂ ਇਲੈਕਟ੍ਰੋਨ ਬੀਮ ਆਟੋਮੈਟਿਕਲੀ ਕੀ ਆ, 1 ਨੂੰ ਦੇਖ ਕੇ ਕੀ ਆ, ਔਨ ਹੋ ਜਾਏਗੀ, ਫਿਰ ਔਨ ਹੋ ਜਾਏਗੀ, ਫਿਰ ਔਨ ਹੋ ਜਾਏਗੀ, ਫਿਰ ਆਫ ਆਫ ਹੋ। ਇਦਾਂ ਹੀ ਦੂਜੀ ਰੋ ਦੇ ਵਿੱਚ ਕੀ ਹੈ, ਜਿਹੜੀ ਵੈਲਿਊ ਹੋਏਗੀ ਇੱਥੇ ਔਨ ਆਫ 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 ਆਫ, ਫਿਰ ਜਿਹੜਾ ਪੰਜਵੇਂ ਤੇ ਜਾ ਕੇ ਔਨ ਹੋ ਜੂਗੀ, ਬਾਕੀ ਕੀ ਹੈ ਆਫ ਰਹੂਗੀ। ਫਿਰ ਤੀਜੀ ਰੋ ਚ ਕੀ ਆ, 0 0 0, ਫਿਰ ਔਨ 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 ਆਫ ਆਫ। ਉਹ ਲੱਗੀ ਸਮਝ, ਉਹ ਸਮਝ ਲੱਗ ਰਹੀ ਹੈ। ਉਹ ਬੇਸਿਕਲੀ ਕੀ ਹੋ ਰਿਹਾ ਹੈਗਾ, ਆ ਸਾਰੇ ਪਿਕਸਲ ਆਏਗੀਆਂ, ਪਿਕਸਲ ਦੀ ਜਿਹੜੀ ਵੈਲਿਊ, ਕਿਹੜੀ ਪਿਕਸਲ ਨੂੰ ਔਨ ਕਰਨਾ ਹੈ ਮੀਨਸ ਹਾਈਲਾਈਟ ਕਰਨਾ ਹੈਗਾ, ਪਿਕਸਲ ਗਲੋ ਕਰੂਗੀ ਜਿਵੇਂ ਬਲਬ ਗਲੋ ਕਰਦਾ ਹੈਗਾ। ਜਿਹੜੀ ਪਿਕਸਲ ਤੇ ਵੈਲਿਊ 0 ਹੋਏਗੀ
ਉਹ ਕਿੱਥੋਂ ਵੈਲਿਊ ਪਤਾ ਲੱਗੂਗੀ, ਉਹ ਫਰੇਮ ਬਫਰ 'ਚ ਵੈਲਿਊ ਸਾਰੀਆਂ 0 1 ਦੀ ਫਾਰਮ 'ਚ ਹੋਣਗੀਆਂ। ਇਹ ਵੈਲਿਊਜ਼ ਨੂੰ ਦੇਖ ਕੇ ਜਿਹੜਾ ਤੁਹਾਡੀ ਇਲੈਕਟ੍ਰੋਨ ਕੰਟਰੋਲਰ ਹੋਊਗਾ, ਜਿਹੜਾ ਕੰਟਰੋਲਰ ਜਿਹਨੇ ਇਲੈਕਟ੍ਰੋਨ ਬੀਮ ਨੂੰ ਕੰਟਰੋਲ ਕਰਨਾ, ਇਲੈਕਟ੍ਰੋਨ ਜਿਹੜੀ ਗਨ ਨੂੰ ਔਨ ਆਫ ਕਰਨਾ ਹੈਗਾ, ਉਹ ਕੀ ਕਰੇਗਾ, ਉਹਦੇ ਅਕੋਰਡਿੰਗਲੀ ਔਨ ਆਫ ਕਰੇਗਾ। ਜਿੱਥੇ ਉਹਨੂੰ 0 ਮਿਲੇਗੀ ਉਹਨੂੰ ਆਫ ਕਰ ਦੇਗਾ, ਜਿੱਥੇ 1 ਮਿਲੇਗੀ ਉਹ ਕੀ ਕਰ ਦੇਗਾ, ਉਹਨੂੰ ਔਨ ਕਰ ਦੇਗਾ। ਹੁਣ ਜਿੱਥੇ ਜਿੱਥੇ ਔਨ ਹੋਈ ਜਾਊਗਾ ਉੱਥੇ ਇਲੈਕਟ੍ਰੋਨ ਬੀਮ ਸਟ੍ਰਾਈਕ ਕਰੂਗੀ ਤੇ ਉਸ ਵਾਲੀ ਪਿਕਸਲ ਨੂੰ ਕੀ ਕਰੂਗੀ, ਗਲੋ ਕਰ ਦੂਗੀ। ਉਹ ਪਿਕਸਲ ਕੀ ਹੈ, ਜਗ ਜੇਗੀ, ਗਲੋ ਕਰਨੀ ਸ਼ੁਰੂ ਹੋ ਜਾਏਗੀ। ਬਾਕੀ ਪਿਕਸਲਾਂ ਕੀ ਹੈ, ਬਲੈਕ ਰਹਿਣਗੀਆਂ, ਇਹ ਵਾਈਟ ਹੋ ਜਾਏਗੀ। ਜਦੋਂ ਇਹ ਵਾਈਟ ਹੋਏਗੀ ਤਾਂ ਆਪਾਂ ਨੂੰ ਕੀ ਹੈ, ਇੱਕ ਜੈਡ ਦੀ ਫਾਰਮ ਦਿਸੇਗਾ। ਇਹ ਜਸਟ ਇੱਕ ਐਗਜ਼ਾਮਪਲ ਲਈ ਹੈਗੀ ਆ ਵੀ ਤੁਹਾਨੂੰ ਪਿਕਸਲਾਂ ਕਿਵੇਂ ਔਨ ਆਫ ਹੁੰਦੀਆਂ। ਹੁਣ ਹੁੰਦਾ ਕੀ ਹੈ ਬੇਸਿਕਲੀ, ਇਹਦੇ ਨਾਲ ਕੀ ਹੋਊਗਾ, ਜਦੋਂ ਇੱਕ ਵਾਰ ਸਾਰੇ ਦੀ ਸਾਰੀ ਸਕਰੀਨ ਤੇ ਇੱਕ ਡਾਇਗਰਾਮ ਬਣ ਜਾਂਦੀ, ਜੋ ਵੀ ਬਣਾਉਣੀ, ਜੋ ਵੀ ਇਮੇਜ ਬਣਨਾ ਹੈਗਾ, ਪਰ ਇੱਕ ਇਹਦੀ ਜਿਹੜੇ ਆਪਣੇ ਕੀ ਕਹਿੰਦੇ ਹੁੰਦੇ ਆ, ਫਾਸਫੋਰਸ ਹੈ, ਫਾਸਫੋਰਸ ਇਹ ਕਿਉਂਕਿ ਸਾਰੇ ਡਾਟਸ ਕਾਹਦੇ ਤੋਂ ਬਣੇ ਹੋਏ ਆ, ਫਾਸਫੋਰਸ ਤੋਂ। ਤੁਹਾਨੂੰ ਦੱਸਿਆ ਇੱਥੇ ਫਾਸਫੋਰਸ ਕੋਟਿੰਗ ਆ, ਇਸ ਜਗ੍ਹਾ ਤੇ ਕੀ ਆ, ਫਾਸਫੋਰਸ ਦੀ ਕੋਟਿੰਗ ਲੱਗੀ ਹੋਈ ਆ। ਇਹ ਕਿਹੜੀ ਕੋਟਿੰਗ ਆ, ਫਾਸਫੋਰਸ ਕੋਟਿੰਗ। ਇਹ ਸਾਰੀ ਪਿਕਸਲ ਜਿਹੜੀਆਂ ਫਾਸਫੋਰਸ ਤੋਂ ਬਣੀਆਂ। ਹੁਣ ਜਦੋਂ ਇਲੈਕਟ੍ਰੋਨ ਬੀਮ ਸਟ੍ਰਾਈਕ ਕਰਦੀ ਹੈ ਤਾਂ ਇਹ ਗਲੋ ਕਰਦੇ ਹੈਗੇ ਆ, ਪਰ ਇਹ ਜਿਹੜਾ ਗਲੋ ਆ ਨਾ ਕੁਝ ਟਾਈਮ ਰਹਿੰਦਾ ਹੈਗਾ। ਕੁਝ ਟਾਈਮ ਦਾ ਮਤਲਬ ਕੀ ਹੈ, ਜਿਵੇਂ ਆਪਾਂ ਇੱਕ ਵਾਰੀ ਬਲਬ ਔਨ ਕੀਤਾ ਹੈਗਾ ਤਾਂ ਇੱਕ ਅੱਧੇ ਸਕਿੰਟ ਬਾਅਦ ਜੇ ਬਲਬ ਆਫ ਹੋ ਜੇ ਤਾਂ ਆਪਾਂ ਨੂੰ ਦੁਬਾਰਾ ਕੀ ਹੈ, ਆਟੋਮੈਟਿਕਲੀ ਆਫ ਹੋ ਜੇ, ਆਪਾਂ ਨੂੰ ਔਨ ਕਰਨਾ ਪਵੇ। ਇਸੇ ਤਰ੍ਹਾਂ ਹੀ ਇਹ ਪਿਕਸਲ ਜਿਹੜੀਆਂ ਹੈਗੀਆਂ, ਇਹ ਜਦੋਂ ਇਲੈਕਟ੍ਰੋਨ ਬੀਮ ਸਟ੍ਰਾਈਕ ਕਰਦੀ ਹੈ ਗਲੋ ਤਾਂ ਕਰਦੀਆਂ, ਪਰ ਗਲੋ ਕਰਨ ਤੋਂ ਬਾਅਦ ਕੁਝ ਸੈਕਿੰਡ ਦਾ ਪਾਰਟ ਤੋਂ ਹੀ ਨਾਲ ਦੀ ਨਾਲ ਇਹ ਕੀ ਆ, ਆਪਣੇ ਆਪ ਹੀ ਆਫ ਹੋ ਜਾਂਦੀ ਹੈਗੀਆਂ। ਸੋ ਤਾਂ ਕਿ ਆਪਣਾ ਇਮੇਜ ਬਣਿਆ ਰਹੇ ਸਕਰੀਨ ਤੇ, ਆਪਾਂ ਨੂੰ ਕੀ ਚਾਹੀਦਾ ਹੈਗਾ, ਹਮੇਸ਼ਾ ਇਹ ਗਲੋ ਕਰਦੀ ਰਹਿਣੀ ਚਾਹੀਦੀ, ਤਾਂ ਕਿ ਆਪਾਂ ਨੂੰ ਜੈਡ ਜਿਵੇਂ ਸਪੋਜ਼ ਐਗਜ਼ਾਮਪਲ ਹੀ ਗਲੋ ਕਰੇ। ਉਹਦੇ ਲਈ ਕੀ ਕਰਦੇ ਹੈਗੇ ਆ, ਇਲੈਕਟ੍ਰੋਨ ਬੀਮ ਵਾਰ-ਵਾਰ ਮੂਵ ਕਰਦੀ ਹੈਗੀ ਆ। ਮੀਨਸ ਕੀ ਆ, ਇਲੈਕਟ੍ਰੋਨ ਬੀਮ ਇੱਥੋਂ ਚੱਲਦੀ ਹੈਗੀ ਆ, ਫਿਰ ਦੂਜੀ ਰੋ 'ਚ ਆ ਜਾਂਦੀ, ਫਿਰ ਤੀਜੀ ਰੋ, ਚੌਥੀ ਰੋ 'ਚ, ਪੰਜਵੀਂ 'ਚ, ਛੇਵੀਂ 'ਚ, ਫਿਰ ਉੱਪਰ ਪਹਿਲੀ ਤੋਂ ਸ਼ੁਰੂ ਹੋ ਜਾਂਦੀ ਹੈਗੀ ਆ। ਫਿਰ ਦੁਬਾਰਾ ਕੀ ਇਹਨੂੰ ਕਹਿੰਦੇ ਆ, ਰੀਡਰਾਇੰਗ। ਰੀਡਰਾਇੰਗ ਦਾ ਮਤਲਬ ਇੱਕ ਵਾਰ ਤਾਂ ਤੁਹਾਡਾ ਇਹ ਜੈਡ ਜਗਾਤਾ ਉਹਨੇ, ਉਸ ਤੋਂ ਬਾਅਦ ਨਾਲ ਦੀ ਨਾਲ ਦੂਜੇ ਰਾਊਂਡ 'ਚ ਫਿਰ ਜਗਾਏਗੀ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਰਿਫਰੈਸ਼ ਰੇਟ। ਉਹਨੂੰ ਕਹਿੰਦੇ ਆ ਰਿਫਰੈਸ਼ਿੰਗ ਆਫ ਦਾ ਸਕਰੀਨ। ਰਿਫਰੈਸ਼ਿੰਗ ਆਫ ਦਾ ਸਕਰੀਨ ਦਾ ਮਤਲਬ ਕੀ ਹੈ, ਇਲੈਕਟ੍ਰੋਨ ਬੀਮ ਨੂੰ ਵਾਰ-ਵਾਰ ਕੀ ਹੈ, ਉਹਨਾਂ ਪਿਕਸਲ ਤੇ ਜਾਣਾ ਪੈਂਦਾ ਹੈਗਾ, ਔਨ ਰੱਖਣੀਆਂ ਪੈਂਦੀਆਂ ਜਿਹੜੀਆਂ ਤੇ ਇੱਕ ਵਾਰ ਉਹਨੇ ਔਨ ਕੀਤੀਆਂ ਹੋਈਆਂ, ਜਿਹੜੀਆਂ ਇੱਕ ਵਾਰੀ ਗਲੋ ਕਰ ਗਈਆਂ ਉਹਨੂੰ ਮੇਨਟੇਨ ਕਰਨ ਵਾਸਤੇ। ਕਿਉਂਕਿ ਫਾਸਫੋਰਸ ਦੀ ਕੁਆਲਿਟੀ ਹੈਗੀ ਆ, ਫਾਸਫੋਰਸ ਤੇ ਜਦੋਂ ਵੀ ਕੋਈ ਚੀਜ਼ ਸਟ੍ਰਾਈਕ ਕਰਦੀ, ਜਦੋਂ ਇਲੈਕਟ੍ਰੋਨ ਬੀਮ ਸਟ੍ਰਾਈਕ ਕਰਦੀ ਹੈਗੀ ਆ, ਤਾਂ ਫਾਸਫੋਰਸ ਇੱਕ ਵਾਰੀ ਗਲੋ ਕਰਦਾ ਹੈਗਾ। ਗਲੋ ਕਰਨ ਤੋਂ ਬਾਅਦ ਕੀ ਹੈ, ਨਾਲ ਦੀ ਨਾਲ ਉਹ ਕੀ ਆਫ ਹੋ ਜਾਂਦਾ ਹੈਗਾ। ਤਾਂ ਆਪਾਂ ਚਾਹੁੰਦੇ ਹਾਂ ਹਮੇਸ਼ਾ ਕੀ ਇਹ ਗਲੋ ਕਰਦਾ ਰਹੇ, ਤਾਂ ਕਿ ਇਮੇਜ ਬਣਿਆ ਰਹੇ। ਸੋ ਇਮੇਜ ਬਣਾਉਣ ਲਈ ਕੀ ਕਰਦੇ ਆ, ਜਿਹੜੀ ਇਲੈਕਟ੍ਰੋਨ ਬੀਮ ਆ ਵਾਰ-ਵਾਰ ਮੂਵ ਕਰਦੀ ਰਹਿੰਦੀ ਆ, ਫਰੋਮ ਟੌਪ ਟੂ ਰਾਈਟ, ਮਤਲਬ ਲੈਫਟ ਟੂ ਰਾਈਟ ਐਂਡ ਬਾਟਮ ਟੂ ਟੌਪ। ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ, ਸਕੈਨਿੰਗ, ਰਾਸਟਰ ਸਕੈਨਿੰਗ। ਕਿਸ ਤਰ੍ਹਾਂ ਕਰਦੀ ਹੈਗੀ, ਇਲੈਕਟ੍ਰੋਨ ਬੀਮ ਇੱਦਾਂ ਜਾਂਦੀ ਹੈਗੀ ਆ, ਫਿਰ ਇੱਧਰ ਦੂਜੀ ਰੋ, ਤੀਜੀ ਰੋ, ਇੱਦਾਂ, ਫਿਰ ਲਾਸਟ ਰੋ ਚਲੀ ਜਾਂਦੀ ਆ, ਫਿਰ ਵਾਪਸ ਆ ਜਾਂਦੀ ਆ। ਇਹਦੇ ਨਾਲ ਕੀ ਹੈ, ਇੱਕ ਫਰੇਮ ਪੂਰਾ ਆ ਜਾਂਦਾ ਹੈਗਾ, ਲੈਫਟ ਟੂ ਰਾਈਟ ਐਂਡ ਅਲਟੀਮੇਟਲੀ ਬਾਟਮ ਟੂ ਟੌਪ। ਇਹ ਜਿਹੜਾ ਇੱਕ ਫਰੇਮ ਬਣ ਜਾਂਦਾ ਹੈਗਾ। ਨੰਬਰ ਆਫ ਫਰੇਮ ਪਰ ਸੈਕਿੰਡ ਇਹਨੂੰ ਕਹਿੰਦੇ ਆ ਤੁਹਾਡਾ ਰਿਫਰੈਸ਼ ਰੇਟ। ਕੀ ਕਹਿੰਦੇ ਆ, ਰਿਫਰੈਸ਼ ਰੇਟ। ਤੁਸੀਂ ਕਹਿੰਦੇ ਨਾ ਜਿਹੜੀ ਸਾਡੀ CRT ਦਾ ਰਿਫਰੈਸ਼ ਰੇਟ ਆ, ਇਹ ਨਾਰਮਲੀ ਕਿੰਨਾ ਹੁੰਦਾ ਹੈਗਾ, 60 ਹਰਟਜ਼। ਮਤਲਬ ਕੀ ਹੈ, ਆ ਜਿਹੜਾ ਇਮੇਜ ਆਪਾਂ ਬਣਾਇਆ ਹੈਗਾ, ਇਹ ਤਾਂ ਕਿ ਪਰਮਾਨੈਂਟਲੀ ਬਣਿਆ ਰਹੇ ਡਿਸਪਲੇ ਦੇ ਉੱਪਰ, ਤਾਂ ਜਿਹੜੀ ਇਲੈਕਟ੍ਰੋਨ ਬੀਮ ਨੂੰ ਕਿੰਨੇ ਵਾਰ ਮੂਵ ਕਰਨਾ ਪੈਂਦਾ, 60 ਟਾਈਮਸ ਪਰ ਸੈਕਿੰਡ। ਮਤਲਬ ਕੀ ਆ, ਇੱਕ ਵਾਰ ਜਾਂਦੀ ਆ, ਦੋ ਵਾਰ, ਤਿੰਨ ਵਾਰ, ਐ ਕਿੰਨੇ ਵਾਰ ਜਾਂਦੀ ਹੈਗੀ ਆ, 60 ਟਾਈਮਸ ਪਰ ਸੈਕਿੰਡ। 60 ਟਾਈਮਸ ਪਰ ਸੈਕਿੰਡ ਮਤਲਬ 60 ਵਾਰ ਕੀ ਹੈ, ਇਹ ਸਕਰੀਨ ਕੀ ਕਰਦੀ ਹੈ, ਵਾਰ-ਵਾਰ ਜਿੱਥੇ ਆਪਣਾ ਇਮੇਜ ਬਣਿਆ ਉਹਨੂੰ ਡਰਾ ਕਰਦੀ ਰਹਿੰਦੀ ਹੈ। ਪਰ ਕਰਦੀ ਕੀ ਆ, ਜਿੱਥੇ ਆਫ ਆ ਉੱਥੇ ਆਫ ਹੀ ਰਹਿੰਦੀ ਆ, ਪਰ ਜਿੱਥੇ ਆਪਾਂ ਔਨ ਕੀਤਾ ਸਿਰਫ ਉਸ ਜਗ੍ਹਾ ਤੇ ਸਟ੍ਰਾਈਕ ਕਰੀ ਜਾਊਗੀ। ਪਰ ਕਰਦੀ ਕੀ, ਸਾਰੀ ਸਕਰੀਨ ਨੂੰ ਕੀ ਆ, ਸਕੈਨਿੰਗ ਕਰਦੀ ਰਹਿੰਦੀ ਹੈਗੀ ਆ। ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, ਰਾਸਟਰ ਸਕੈਨ। ਕੀ ਕਹਿੰਦੇ ਉਹਨੂੰ, ਰਾਸਟਰ ਸਕੈਨ। ਸੁਣਿਆ ਰਾਸਟਰ ਸਕੈਨ? ਉਹ ਬੈਠੀ ਉਹ ਲੱਗੀ ਨਾ ਸਮਝ, ਮੈਂ ਕੀ ਦੱਸਿਆ, ਲੱਗ ਰਹੀ ਹੈ ਸਮਝ। ਮੈਂ ਦੁਬਾਰਾ ਰਿਵਾਈਜ਼ ਫੇਰ ਕਰ ਦੂੰਗਾ, ਕੋਈ ਇਸ਼ੂ ਨਹੀਂ ਹੈ, ਆਪਾਂ ਨੂੰ ਕੋਈ ਜਲਦੀ ਨਹੀਂ ਹੈ। ਸੋ ਮੇਨਲੀ ਕੀ ਹੈ, ਕੋਈ ਵੀ ਇਮੇਜ ਬਣਾਉਣਾ ਹੈਗਾ, ਉਹ ਉਹਦੇ ਵਾਸਤੇ ਇਲੈਕਟ੍ਰੋਨ ਬੀਮ ਸਟ੍ਰਾਈਕ ਕਰਦੀ ਹੈ ਇੱਥੇ, ਤੇ ਇਲੈਕਟ੍ਰੌਨ ਬੀਮ ਸਾਰੀ ਜਿਹੜੀ ਸਕਰੀਨ ਪਿਕਸਲਸ ਤੋਂ ਬਣੀ ਹੁੰਦੀ ਹੈਗੀ ਆ, ਤੇ ਪਿਕਸਲ ਫਾਸਫੋਰਸ ਦੀਆਂ ਬਣੀਆਂ ਹੁੰਦੀਆਂ ਹੈਗੀਆਂ। ਜਦੋਂ ਇਲੈਕਟ੍ਰੌਨ ਫਾਸਫੋਰਸ ਤੇ ਸਟ੍ਰਾਈਕ ਕਰਦੇ ਆ, ਇਲੈਕਟ੍ਰੌਨ ਗਲੋ, ਜਿਹੜੀ ਪਿਕਸਲ ਗਲੋ ਕਰਦੀ ਹੈਗੀ ਆ, ਪਰ ਗਲੋ ਉਨਾ ਚਿਰ ਰਹਿੰਦੀ, ਕੁਝ ਟਾਈਮ ਹੀ ਰਹਿੰਦੀ ਹੈਗੀ, ਉਸ ਤੋਂ ਬਾਅਦ ਆਫ ਹੋ ਜਾਂਦੀ ਹੈਗੀ ਆ। ਪਹਿਲਾਂ ਜਦੋਂ ਵੀ ਜਿਹੜਾ ਇਮੇਜ ਬਣਨਾ,
ਉਹਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਫਰੇਮ ਬਫਰ 'ਚ ਹੁੰਦੀ ਹੈਗੀ ਆ, ਸਾਰੀਆਂ ਪਿਕਸਲ ਪੋਜੀਸ਼ਨਾਂ ਵੀ ਕਿਹੜੀ ਪਿਕਸਲ ਨੂੰ ਆਪਾਂ ਗਲੋ ਕਰਨਾ, ਕਿਹੜੀ ਨੂੰ ਨਹੀਂ ਗਲੋ ਕਰਨਾ, ਉਹ ਕਿਹੜੀ ਫਾਰਮ 'ਚ ਹੁੰਦੀ ਆ, 0 ਤੇ 1 ਦੀ ਫਾਰਮ 'ਚ ਹੁੰਦੀ ਹੈਗੀ ਆ। ਜਿੱਥੇ ਜਿੱਥੇ 0 ਹੁੰਦੀ ਹੈਗੀ ਆ ਉੱਥੇ ਉੱਥੇ ਇਲੈਕਟ੍ਰੋਨ ਬੀਮ ਸਟ੍ਰਾਈਕ ਨਹੀਂ ਕਰਦੀ ਹੈਗੀ, ਆਫ ਰਹਿੰਦੀ ਆ। ਜਿੱਥੇ ਇੱਥੇ 1 ਆ ਜਾਂਦਾ ਹੈਗਾ ਉੱਥੇ ਇਲੈਕਟ੍ਰੋਨ ਬੀਮ ਔਨ ਹੋ ਜਾਂਦੀ ਹੈਗੀ ਆ। ਜਿੱਥੇ ਜਿੱਥੇ ਇਲੈਕਟ੍ਰੋਨ ਬੀਮ ਔਨ ਹੁੰਦੀ ਹੈਗੀ ਆ ਉਹ ਵਾਲੀਆਂ ਪਿਕਸਲ ਗਲੋ ਕਰ ਜਾਂਦੀਆਂ ਹੈਗੀਆਂ। ਜਿਹੜੀਆਂ ਪਿਕਸਲ ਗਲੋ ਕਰ ਜਾਂਦੀਆਂ ਉਹਦੇ ਨਾਲ ਇੱਕ ਇਮੇਜ ਬਣ ਜਾਂਦਾ ਹੈਗਾ, ਪਰ ਇਹ ਇਮੇਜ ਓਨਾ ਚਿਰ ਹੀ ਰਹਿੰਦਾ ਹੈਗਾ। ਜੇ ਇੱਕ ਵਾਰੀ ਇਹ ਇਲੈਕਟ੍ਰੋਨ ਬੀਮ ਸਟ੍ਰਾਈਕ ਕਰਕੇ ਰੁਕ ਜੇ ਤਾਂ ਕੀ ਹੁੰਦਾ ਹੈਗਾ, ਇਹ ਗਲੋ ਤਾਂ ਕਰ ਜਾਣਗੀਆਂ ਪਰ ਸੈਕਿੰਡ ਦੇ ਕੁਝ ਪਾਰਟ ਬਾਅਦ ਇਹ ਆਟੋਮੈਟਿਕਲੀ ਆਫ ਹੋ ਜਾਣਗੀਆਂ। ਆਫ ਦਾ ਮਤਲਬ ਕੀ, ਜਿਵੇਂ ਬਾਕੀ ਆ ਉਦਾਂ ਦੀ ਹੋ ਜਾਣਗੀਆਂ, ਫਿਰ ਆਪਾਂ ਨੂੰ ਇਮੇਜ ਦਿਖਣਾ ਨਹੀਂਗਾ। ਸੋ ਉਹਦੇ ਲਈ ਕੀ ਆ, ਉਹਨਾਂ ਨੇ ਇੱਕ ਪ੍ਰੋਸੈਸ ਕੀਤਾ ਦੈਟ ਇਜ਼ ਰਾਸਟਰ ਸਕੈਨਿੰਗ। ਰਾਸਟਰ ਸਕੈਨਿੰਗ ਦਾ ਮਤਲਬ ਕੀ ਆ, ਜਿਹੜੀ ਇਲੈਕਟ੍ਰੋਨ ਬੀਮ ਇੱਕ ਵਾਰੀ ਡਰਾ ਕਰਦੀ ਆ ਇਮੇਜ ਨੂੰ, ਮਤਲਬ ਇਹਨਾਂ ਜਿਹੜੀਆਂ ਪਿਕਸਲ ਦੇ ਸਟ੍ਰਾਈਕ ਕਰਕੇ ਇਹਨੂੰ ਗਲੋ ਕਰਾਉਂਦੀ ਹੈਗੀ ਆ, ਤਾਂ ਕੀ ਕਰਦੀ ਆ, ਵਾਰ-ਵਾਰ ਕੀ ਕਰਦੀ ਹੈਗੀ ਆ, ਦੁਬਾਰਾ ਫਿਰ ਇਹਨਾਂ ਪਿਕਸਲਸ ਨੂੰ ਜਦੋਂ ਹੀ ਮਤਲਬ ਬੰਦ ਹੋਣ ਲੱਗਦੀਆਂ ਉਸ ਤੋਂ ਪਹਿਲਾਂ ਕੀ ਇਹਨੂੰ ਦੁਬਾਰਾ ਫਿਰ ਔਨ ਕਰ ਦਿੰਦੀ ਹੈਗੀ ਆ। ਜਦੋਂ ਔਨ ਕਰ ਦਿੰਦੀ ਆ ਤਾਂ ਆਪਾਂ ਨੂੰ ਇਮੇਜ ਕਿੱਦਾਂ ਲੱਗਦਾ ਹੈਗਾ, ਜਿਵੇਂ ਇਮੇਜ ਪੱਕਾ ਹੀ ਬਣਿਆ ਹੋਇਆ ਹੈਗਾ। ਸੋ ਆਪਣਾ ਜਿਹੜਾ ਇੱਕ ਇਮੇਜ ਆਪਾਂ ਡਿਸਪਲੇ ਤੇ ਰਹਿੰਦਾ ਹੈਗਾ, ਉਸ ਇਮੇਜ ਨੂੰ ਕਹਿੰਦੇ ਆ ਰਾਸਟਰ ਇਮੇਜ। ਤੇ ਜਿਹੜੀ CRT ਹੈ ਇਹਨੂੰ ਰੀਫਰੈਸ਼ CRT ਵੀ ਕਹਿੰਦੇ ਹੈਗੇ। ਰੀਫਰੈਸ਼ ਦਾ ਮਤਲਬ ਕੀ ਹੈ, ਜੇ ਇਹਦੇ 'ਚ ਰਿਫਰੈਸ਼ਿੰਗ ਨਹੀਂ ਹੋਊਗੀ ਤਾਂ ਇਹ ਜਿਹੜਾ ਇਮੇਜ ਇੱਕ ਵਾਰ ਜ਼ਰੂਰ ਬਣ ਜਾਊਗਾ ਪਰ ਉਸ ਤੋਂ ਬਾਅਦ ਇਮੇਜ ਉੱਡ ਜਾਏਗਾ। ਤਾਂ ਇਮੇਜ ਨੂੰ ਪਰਮਾਨੈਂਟਲੀ ਡਿਸਪਲੇ ਤੇ ਰੱਖਣ ਲਈ ਕੀ ਕਰਦੇ ਆ ਆਪਾਂ, ਇਲੈਕਟ੍ਰੋਨ ਬੀਮ ਵਾਰ-ਵਾਰ ਸਟ੍ਰਾਈਕ ਕਰਦੀ ਹੈਗੀ ਆ, ਲੈਫਟ ਟੂ ਰਾਈਟ ਜਾਂਦੀ ਹੈਗੀ ਆ, ਪਹਿਲੀ ਰੋ ਫਿਰ ਦੂਜੀ ਰੋ ਤੀਜੀ ਰੋ ਫਿਰ ਲਾਸਟ ਰੋ ਜਾਂਦੀ ਆ। ਫਿਰ ਕੀ ਆ, ਇਦਾਂ ਮੂਵ ਕਰੇਗੀ ਇਲੈਕਟ੍ਰੋਨ ਬੀਮ, ਪਹਿਲਾਂ ਇੱਥੇ ਸਟ੍ਰਾਈਕ ਕਰੂਗੀ, ਜੇ ਇਹਨੂੰ 0 ਸਿਗਨਲ ਆ ਫੇਰ ਨਹੀਂ ਕਰੂਗੀ ਪਰ ਇੱਥੋਂ ਸਕੈਨ ਕਰਦੀ ਜਾਊਗੀ, ਇੱਥੇ ਆ ਕੇ ਔਨ ਹੋ ਗਈ, ਠੀਕ ਆ, ਫਿਰ ਇੱਥੇ ਔਨ ਹੋ ਗਈ, ਫਿਰ ਔਨ ਹੋ ਗਈ, ਫਿਰ ਅੱਗੇ ਚਲੀ ਗਈ, ਫਿਰ ਕੀ ਦੂਜੀ ਰੋ 'ਚ ਆ ਗਈ, ਫਿਰ ਇੱਥੇ ਆਫ ਰਹੀ, ਇੱਥੇ ਆ ਕੇ ਔਨ ਹੋ ਗਈ, ਫਿਰ ਆਫ ਰਹੀ, ਫਿਰ ਤੀਜੀ ਰੋ 'ਚ ਆ ਗਈ, ਤੀਜੀ ਰੋ 'ਚ ਔਨ ਹੋ ਗਈ ਆ 3 ਤੇ ਫਿਰ ਆਫ ਰਹੀ, ਇਦਾਂ ਸਾਰੇ ਜਗ੍ਹਾ ਆਫ ਰਹਿੰਦੀ ਆ। ਫਿਰ ਦੁਬਾਰਾ ਫਿਰ ਕੀ ਆ, ਦੁਬਾਰਾ ਫਿਰ ਪਹਿਲੀ ਤੇ ਚਲੀ ਜਾਂਦੀ ਇੱਥੇ, ਫਿਰ ਦੁਬਾਰਾ ਫਿਰ ਲੈਫਟ ਟੂ ਰਾਈਟ। ਇਹ ਵਾਲੀ ਜਿਹੜੀ ਪਿਕਸਲ ਪਹਿਲਾਂ ਉਹਨੇ ਗਲੋ ਕੀਤੀ ਦੁਬਾਰਾ ਨੂੰ ਫਿਰ ਇਹਨੂੰ ਗਲੋ ਕਰਦੀ ਆ। ਕਿਉਂ ਗਲੋ ਕਰਦੀ ਹੈਗੀ ਆ, ਕਿਉਂਕਿ ਇਹ ਜੇ ਨਹੀਂ ਗਲੋ ਕਰਾਊਗੀ ਤੇ ਆਟੋਮੈਟਿਕਲੀ ਇਹਨੇ ਆਫ ਹੋ ਜਾਣਾ ਹੈਗਾ ਉਹਨੂੰ, ਤਾਂ ਕਿ ਪਰਮਾਨੈਂਟਲੀ ਗਲੋ ਕਰਦਾ ਰਹੇ। ਉਹਦੇ ਵਾਸਤੇ ਕੀ ਕਰਦੇ ਹੈਗੇ ਆ, ਜਿਹੜੀ ਸਕਰੀਨ ਇਲੈਕਟ੍ਰੋਨ ਬੀਮ ਵਾਰ-ਵਾਰ ਮੂਵ ਕਰਦੀ ਰਹਿੰਦੀ ਹੈ ਇਦਾਂ ਕਰਕੇ, ਤਾਂ ਕਿ ਰਿਫਰੈਸ਼ਿੰਗ ਹੁੰਦੀ ਰਹੇ, ਤਾਂ ਕਿ ਜਿਹੜਾ ਇਮੇਜ ਤੁਹਾਡਾ ਬਣਿਆ ਰਹੇ। ਤੇ ਸਾਰੀਆਂ ਜਿਹੜੀ ਆ ਕੋਈ ਵੀ ਜਿਹੜੀ ਵੀ ਹੁਣ ਤਾਂ ਇਹ Z ਬਣਿਆ ਨਾ, ਸਿੰਪਲ ਐਗਜ਼ਾਮਪਲ, ਜੇ ਕੋਈ ਹੋਰ ਵੀ ਪਿਕਚਰ ਹੋਊਗੀ ਜਿਹੜੀ ਪਿਕਸਲ ਨਾਲ ਬਣਨੀ ਹੈਗੀ ਆ, ਸਪੋਜ਼ ਇੱਥੇ ਮੈਂ ਬਣਾ ਦੇਣਾ ਹੈਗਾ, ਕੋਈ ਇਮੇਜ ਬਣਾ ਦਿੰਦੇ ਆਪਾਂ, ਆਹ ਡਾਇਗਰਾਮ ਆ ਸਪੋਜ਼ ਆਹ ਵਾਲੀ, ਇਦਾਂ ਦੀ ਡਾਇਗਰਾਮ ਬਣ ਰਹੀ ਹੈ ਕੁਛ, ਆਹ ਗਲੋ ਕਰੇ ਤੋਂ। ਹੁਣ ਇਹਦੇ ਵਾਸਤੇ ਕੀ ਆ, ਇਹ ਵਾਲੀ ਗਲੋ ਹੋਊਗੀ, ਇਹ ਵਾਲੀ ਗਲੋ ਹੋਊਗੀ, ਇਹ ਵਾਲੀ ਗਲੋ, ਇਹ ਵਾਲੀ ਗਲੋ, ਇਹ ਗਲੋ, ਇਹ ਸਾਰੀਆਂ ਗਲੋ ਹੋ ਜਾਣਗੀਆਂ। ਜਿਹੜੀ ਚੀਜ਼ਾਂ ਜਿਹੜੀਆਂ ਹਾਈਲਾਈਟ ਕਰਨੀ ਉਹ ਹਾਈਲਾਈਟ ਹੋ ਜਾਣ। ਸੋ ਇਦਾਂ ਇਸ ਕੰਬੀਨੇਸ਼ਨ ਨਾਲ ਕੀ ਆ, ਜਿਹੜੀ ਵੀ ਵੈਲਿਊ ਹੋਏਗੀ ਉਹ ਕਿੱਥੇ ਸਟੋਰ ਹੁੰਦੀ ਆ, ਇਹ ਪਿਕਸਲ ਵੈਲਿਊ ਸਾਰੀਆਂ ਫਰੇਮ ਬਫਰ ਦੇ ਵਿੱਚ ਸਟੋਰ ਹੁੰਦੀਆਂ ਹੈਗੀਆਂ। ਜਿਹੜਾ ਵੀਡੀਓ ਸਰਕਟਰੀ ਹੈਗੀ ਆ ਉਹ ਵੈਲਿਊਜ਼ ਲੈਂਦੀ ਹੈਗੀ ਆ, ਉਹਦੇ ਅਕੋਰਡਿੰਗਲੀ ਔਨ ਆਫ ਕਰਦੀ ਹੈਗੀ। ਠੀਕ ਹੈ ਜੀ। ਉਹ ਬਹੁਤ ਹੈ ਨਾ, CRT ਦਾ ਪ੍ਰਿੰਸੀਪਲ ਕੈਥੋਡ ਰੇ ਟਿਊਬ, ਇਹ ਜਿਹੜੇ ਪੁਰਾਣੇ ਟੀਵੀ ਆਪਾਂ ਯੂਜ਼ ਕਰਦੇ ਸੀ ਨਾ ਘਰਾਂ 'ਚ ਆਪਣੇ ਸੀਗੇ, ਉਹ ਸਾਰੇ ਕੀ ਪ੍ਰਿੰਸੀਪਲ ਯੂਜ਼ ਕਰਦੇ ਸੀਗੇ, ਉਹ ਇਹ ਵਾਲਾ ਪ੍ਰਿੰਸੀਪਲ ਯੂਜ਼ ਕਰਦੇ ਸੀਗੇ, CRT। ਆਪਣੇ ਪੁਰਾਣੇ ਮੋਨੀਟਰ ਵੀ ਜਿਹੜੇ ਘਰਾਂ 'ਚ ਆਪਣੇ ਲੈਬਾਂ 'ਚ ਵੀ ਮੋਨੀਟਰ ਸੀ, ਅੱਜ ਕੱਲ ਤਾਂ ਆਪਣੇ ਕੋਲ ਆ ਗਏ TFT, ਅੱਜ ਕੱਲ੍ਹ ਆ ਗਏ ਫਲੈਟ ਹੈਗੇ, ਜਿਹੜੇ ਕਿ ਲਾਈਟ ਵੇਟ ਆ ਜਾਂ ਘਰਾਂ 'ਚ LCD TV। ਤੇ ਪਹਿਲਾਂ ਜਿਹੜੇ ਚੱਲਦੇ ਹੁੰਦੇ ਸੀ, ਇਹ ਐਕਚੁਅਲੀ ਕੀ ਜਿਹੜੀ CRT ਸੀ, ਇਹ ਇਹਨੂੰ ਮੋਨੋਕ੍ਰੋਮ CRT ਜਿਹੜੀ ਕਹਿੰਦੇ ਸੀਗੇ, ਮੋਨੋਕ੍ਰੋਮ ਮੋਨੋਕ੍ਰੋਮ ਕੀ ਹੁੰਦਾ ਹੈ, ਰਾਈਟ, ਸਿੰਗਲ ਕਲਰ, ਮੋਨੋ ਮੀਨਸ ਵਨ, ਮੋਨੋ ਮੀਨਸ ਕੀ ਹੈ, ਵਨ ਕਲਰ, ਇੱਕ ਚਾਹੇ ਕਰ ਲਓ ਚਾਹੇ ਬਲੈਕ, ਤਾਂ ਕਰਕੇ ਆਪਣੇ ਤੁਸੀਂ ਉਹ ਬਲੈਕ ਐਂਡ ਵਾਈਟ ਟੀਵੀ। ਸੋ ਇਹ ਜਿਹੜਾ ਵੀ ਕਲਰ ਪਿਕਸਲ ਦਾ ਹੁੰਦਾ ਸੀ ਉਹ ਗ੍ਰੇ ਕਲਰ ਦੇ ਤੇ ਗ੍ਰੇ ਬਲੈਕ ਕਰਦਾ, ਤੇ ਇਹਦੀ ਫਾਰਮ ਸਾਰੀ। ਸੋ ਜਿਹੜੀਆਂ ਟੋਟਲ